ਸਰਬੱਤਾ ਭਲਾ। ਗੌੜੀ ਮਹੱਲਾ ਪੰਜਵਾਂ। ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਵਡ ਭਾਗੀ। ਰਹਾਓ ਭਰਤਾ ਪੇਖ ਬਿਗਸੈ ਜਿਉ ਨਾਰੀ, ਤਿਉ ਹਰ ਜਨ ਜੀਵੈ ਨਾਮ ਚਿਤਾਰੀ। ਪੂਤ ਪੇਖ ਜਿਉ ਜੀਵਤ ਮਾਤਾ, ਪੂਤ ਪੂਤ ਜਨ ਹਰ ਸਿਉ ਰਾਤਾ। ਲੋਭੀ ਆਨੰਦ ਕਰੇ ਪੇਖ ਤਨਾ, ਜਨ ਚਰਨ ਕਮਲ ਸਿਉ ਲਾਗੋ ਮਨਾ। ਬਿਸਰ ਨਹੀਂ ਇਕ ਤਿਲ ਦਾ ਤਾਰ, ਨਾਨਕ ਕੇ ਪ੍ਰਭ ਪ੍ਰਾਨ ਆਧਾਰ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਗੌੜੀ ਮਹੱਲਾ ਪੰਜਵਾਂ। ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਵਡ ਭਾਗੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਬਾਣੀ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸੁੰਦਰ ਉਪਦੇਸ਼ ਦੇ ਰਾਹੀਂ ਉਸ ਪਿਤਾ ਪਰਮਾਤਮਾ ਅਕਾਲ ਪੁਰਖ ਦੀ ਪ੍ਰੀਤ ਪਾਪ ਪ੍ਰੇਮ ਦੀ ਬਾਬਤ ਪਿਆਰ ਸੇ ਸਮਝਾਉਂਦੇ ਹਨ ਕਿ ਅਸੀਂ तमाम ਦੁਨੀਆ ਦੇ ਜੀਵ ਮੋਹ ਮਾਰੇ ਜਾਲ ਵਿੱਚ ਫਸ ਕੇ, ਮੋਹ ਮਮਤਾ ਦੇ ਅੰਦਰ ਉਲਝ ਕੇ, ਝੂਠੀਆਂ ਪ੍ਰੀਤਾਂ ਤੇ ਮੁਹੱਬਤਾਂ ਨੂੰ ਪਾਵਨ ਦੇ ਲਈ ਦਿਨ ਪੇ ਰਾਤ ਮਾਰੇ ਮਾਰੇ ਤੜਫਦੇ ਭਟਕਦੇ ਰਹਿੰਦੇ ਹਾਂ। ਜਿਸ ਪ੍ਰੀਤ ਦੀ ਮਹਿਮਾ ਗੁਰੂ ਸਾਹਿਬਾਨ ਨੇ ਕੀਤੀ ਹੈ, ਉਹ ਸਾਡੀ ਇਹ ਮਹਿਮਾ ਆਤਮਾ ਅਤੇ ਪਰਮਾਤਮਾ ਦੀ ਪ੍ਰੀਤ ਹੈ। ਆਤਮਾ ਨੂੰ ਗੁਰੂ ਨਾਨਕ ਸਾਹਿਬਾਨ ਨੇ ਇਸਤਰੀ ਅਤੇ ਪੁਰਖ ਕਹਿ ਕੇ ਯਾਦ ਕੀਤਾ ਹੈ। ਮੁਹੰਮਦ ਸਾਹਿਬ ਨੇ ਇਸ ਨੂੰ ਬਹੂ ਅਤੇ ਸੱਸ ਕਹਿ ਕੇ ਮੰਨਿਆ। ਰਾਧਾ ਸ਼ਾਮ ਮੱਤ ਵਾਲੇ ਨੇ ਆਪਣੇ ਮਾਂ ਅਤੇ ਪੁੱਤਰ ਕਹਿ ਕੇ ਯਾਦ ਕੀਤਾ ਹੈ। ਜਿਸਸ ਕ੍ਰਾਈਸਟ ਨੇ ਇਸ ਨੂੰ ਪਿਤਾ ਅਤੇ ਪੁੱਤਰ ਕਹਿ ਕੇ ਮੰਨਿਆ ਹੈ। ਸਾਹਿਬ ਦਾ ਫਰਮਾਨ ਕਿ ਹੇ ਦਾਤਾ, ਮੈਨੂੰ ਉਹ ਪ੍ਰੀਤ ਦੇ ਜਿਸ ਦੇ ਨਾਲ ਮੈਂ ਸਦਾ ਦੇ ਲਈ ਇਸ ਦੇਹ ਦੇ ਬੰਧਨ ਤੋਂ, ਪਾਪ ਵਿੱਚ 84 ਦੇ ਜੇਲ੍ਹ ਖਾਨੇ ਤੋਂ, ਪਾਪ ਇਸ ਕਾਲ ਦੀ ਪਿੰਜਰੇ ਤੋਂ, ਪਾਪ ਇਸ ਮ੍ਰਿਤਕ ਦੇਸ਼ ਤੋਂ, ਮ੍ਰਿਤਕ ਧਰਤੀ ਤੋਂ ਸਦਾ ਦੇ ਲਈ ਖਲਾਸੀ, ਮੁਕਤੀ ਜਾਂ ਛੁਟਕਾਰਾ ਪਾ ਸਕਾਂ, ਜਾਂ ਮੈਨੂੰ ਛੁਟਕਾਰਾ ਮਿਲ ਜਾਵੇ। ਸਾਹਿਬ ਦਾ ਫਰਮਾਨ ਇੱਕ ਮਿਸਾਲ ਦੇ ਕੇ ਹੈ ਕਿ ਜਿਸ ਪ੍ਰੀਤ ਲਈ, ਜਿਸ ਪਿਆਰ ਦੇ ਲਈ ਅਸੀਂ ਨਿਤ ਨਵੇਂ ਅਵਿਸ਼ਕਾਰ ਤੇ ਨਿਤ ਨਵੀਆਂ ਸਕੀਮਾਂ ਮਾਰਨ ਤੇ ਮਰਵਾਉਣ ਦੀਆਂ ਤਿਆਰ ਕਰਦੇ ਹਾਂ, ਉਹ ਸਿਰਫ ਸਾਨੂੰ ਬਾਹਰੀ ਤੌਰ ਤੇ ਹੀ ਪਾਉਂਦੀਆਂ ਹਨ, ਜਿਸ ਨਾਲ ਸਾਡੀ ਆਤਮਿਕ ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਮਨ ਦੀਆਂ ਸੋਚਾਂ ਵੱਧ ਜਾਂਦੀਆਂ ਨੇ। ਸਾਹਿਬ ਸਾਨੂੰ ਮਿਸਾਲ ਦੇ ਕੇ ਸਮਝਾਉਂਦੇ ਹਨ ਆਪਣੇ ਵਕਤ ਦੇ ਅੰਦਰ ਕਿ ਗੁਰੂ ਸਾਹਿਬ ਦੇ ਵਕਤ ਇੱਕ ਵਾਰੀ ਲਾਹੌਰ ਜਾਂਦਿਆਂ ਰਸਤੇ ਦੇ ਵਿੱਚ ਕੁਝ ਸਮਾਂ ਮਿਲਿਆ ਪ੍ਰੇਮੀਆਂ ਆਪਣੇ ਸਤਸੰਗੀਆਂ ਪਾਸ ਠਹਿਰਨ ਦੇ ਲਈ। ਕਾਫੀ ਪ੍ਰੇਮੀਆਂ ਸਤਸੰਗੀਆਂ ਦੀ ਦਰਖਾਸਤ ਮੰਨਣ ਤੋਂ ਸਾਹਿਬ ਨੂੰ ਉਸ ਪਿੰਡ 'ਚ ਰੁਕਣਾ ਪੈ ਗਿਆ। ਲੋਕਾਂ ਦੇ ਕਹਿਣ ਦੇ ਮੁਤਾਬਕ ਲੰਗਰ ਘਰ ਘਰ ਜਾ ਕੇ ਸੰਗਤਾਂ ਦੇ ਨਾਲ ਕੀਰਤਨ ਦਰਬਾਰ ਕਰਨੇ ਅਤੇ ਲੰਗਰ ਛਕਣਾ ਤੇ ਛਕਵਾਉਣਾ, ਇਹ ਉਹਨਾਂ ਦੇ ਸੇਵਕਾਂ ਪਿਆਰਿਆਂ ਨੇ, ਹਰਮਨ ਪਿਆਰਿਆਂ ਨੇ ਜ਼ਿੰਮੇਵਾਰੀਆਂ ਆਪਣੇ ਤੇ ਲੈ ਲਈਆਂ। ਕਾਫੀ ਤਾਦਾਦ ਦੇ ਸੰਗਤ ਹੋ ਜਾਵਣ ਦੇ ਨਾਲ ਹਰ ਪ੍ਰੇਮੀ ਨੂੰ ਜਾਂ ਹਰ ਸਤਸੰਗੀ ਦੇ ਮਨ ਦਾ ਜਿਹੜਾ ਚਾਅ ਸੀ ਪੂਰਾ ਨਹੀਂ ਸੀ ਹੋ ਸਕਦਾ।
ਮਾਇਆ ਦੀ ਵੀ ਕਮੀ ਆ ਜਾਂਦੀ ਸੀ। ਮੂਸਣ ਤੇ ਸਮਨ ਤੋਂ ਪਿਤਾ ਤੇ ਪੁੱਤਰਾਂ ਦੇ ਦਿਲ ਵਿੱਚ ਇਹ ਚਾਅ ਅਤੇ ਸ਼ੌਂਕ ਪੈਦਾ ਹੋਇਆ ਕਿ ਸਾਡੀ ਨਗਰੀ ਦੇ ਵਿੱਚ, ਸਾਡੇ ਪਿੰਡ ਦੇ ਅੰਦਰ ਸਾਡੇ ਸਾਹਿਬ ਆਏ ਹੋਵਣ, ਜਿਨ੍ਹਾਂ ਨੂੰ ਅਸੀਂ ਤਰਸੇਮਦੇ ਹਾਂ, ਲੋਚਦੇ ਹਾਂ। ਉਹਨਾਂ ਦੇ ਲਈ ਅਸੀਂ ਦਿਨ ਪੈ ਰਾਤ ਆਪਣੇ ਹਿਰਦੇ ਵਿੱਚ ਸਿਮਰਨ ਤੇ ਧਿਆਨ ਦਿੰਦੇ ਹਾਂ। ਉਹ ਅੱਜ ਆਪ ਸਾਖਸ਼ਾਤ ਆਪਣੇ ਸਾਡੇ ਸ਼ਹਿਰ 'ਚ ਆਏ ਨੇ, ਤੇ ਅਸੀਂ ਕਿਉਂ ਨਾ ਉਹਨਾਂ ਨੂੰ ਆਪਣੇ ਘਰ ਬੁਲਾ ਕੇ ਤੇ ਉਹਨਾਂ ਦੀ ਸੇਵਾ ਟਹਿਲ ਕਰ ਸਕੀਏ। ਪਿਤਾ ਪੁੱਤਰ ਦੇ ਦੋਵਾਂ ਦੇ ਵਿਚਾਰਾਂ ਦੇ ਵਿੱਚ ਇਹ ਚੀਜ਼ ਨੇ ਜ਼ਰੂਰ ਘਰ ਕਰ ਲਿਆ, ਪਰ ਸੋਚ ਇਹ ਮਾਰਦੀ ਸੀ ਕਿ ਪੈਸਾ ਕੋਲ ਨਹੀਂ ਸੀ ਜਿਹਦੇ ਨਾਲ ਉਹ ਆਪਣੇ ਗੁਰੂ ਸਾਹਿਬਾਨ ਦੇ ਆਈ ਹੋਈ ਸੰਗਤ ਦੀ ਜਾਂ ਗੁਰੂ ਸਾਹਿਬਾਨ ਦੀ ਟਹਿਲ ਸੇਵਾ ਕਰ ਸਕਦੇ। ਇਹ ਸੁਣ ਕੇ, ਜੋ ਸੋਚ ਕੇ, ਵਿਚਾਰ ਕੇ, ਜਦ ਉਹਨਾਂ ਦੋਵਾਂ ਪੁੱਤਰਾਂ ਨੇ ਉੱਠ ਕੇ ਬੇਨਤੀ ਤੇ ਅਰਦਾਸ ਕੀਤੀ, ਗੁਰੂ ਸਾਹਿਬਾਨ ਨੇ ਪ੍ਰਵਾਨ ਕਰ ਲਈ। ਔਰ ਨਿਚਾ ਵਿਚਾਰਧਾਰਾ ਇਹ ਸੀ ਕਿ ਅਸੀਂ ਮਿਹਨਤ ਮਸ਼ੱਕਤ ਕਰਕੇ ਔਰ ਦਿਨ ਪੇ ਰਾਤ ਸਾਡੀ ਜਿੰਨੇ ਤੱਕ ਵਾਰੀ ਆਉਣੀ ਹੈ ਜਾਂ ਜਿੰਨੇ ਤੱਕ ਸਾਡੀ ਸੇਵਾ ਦਾ ਦਿਨ ਨਿਯੁਕਤ ਹੋਣਾ ਜਾਂ ਆਣਾ ਹੈ, ਉਹ ਤੱਕ ਅਸੀਂ ਪੈਸੇ ਜੋੜ ਕੇ ਇਕੱਠੇ ਕਰ ਲਵਾਂਗੇ ਜਾਂ ਆਪਣੇ ਕੋਲ ਰੱਖ ਲਵਾਂਗੇ। ਸਮਾਂ ਬੀਤ ਗਿਆ, ਮਸ਼ੱਕਤ ਕੀਤੀ ਗਈ, ਮਿਹਨਤ ਕੀਤੀ ਗਈ, ਪੈਸਾ ਕਮਾ ਲਿਆ ਗਿਆ। ਪੈਸਾ ਕਮਾਉਣ ਦਾ ਜਦ ਕੁਝ ਥੋੜੇ ਦਿਨ ਬੀਤੇ ਸਨ ਕਿ ਮੂਸਣ ਨੂੰ ਬੁਖਾਰ ਹੋ ਗਿਆ। ਬੁਖਾਰ ਹੋ ਜਾਵਣ ਦੇ ਨਾਲ ਉਹ ਜਿਹੜਾ ਪੈਸਾ ਕਮਾਇਆ ਜਾਂ ਇਕੱਠਾ ਕੀਤਾ ਸੀ, ਉਹ ਦਵਾਈ ਦਾਰੂ ਦੇ ਵਿੱਚ ਖਰਚ ਕਰ ਦਿੱਤਾ ਗਿਆ। ਅਗਲੇ ਦਿਹਾੜੇ ਗੁਰੂ ਸਾਹਿਬਾਨ ਦੀ ਸੰਗਤ ਨੇ ਆਣਾ ਸੀ ਔਰ ਗੁਰੂ ਸਾਹਿਬਾਨ ਨੇ ਆਣਾ ਸੀ। ਕੁਝ ਗੁਰੂ ਸਾਹਿਬਾਨ ਦੇ ਹਰਮਨ ਪਿਆਰੇ ਸੇਵਾਦਾਰ ਆਏ ਔਰ ਆ ਕੇ ਉਹਨਾਂ ਨੇ ਮੂਸਣ ਤੇ ਸਮਨ ਨੂੰ ਕਿਹਾ ਕਿ ਭਾਈ ਸ਼ੇਰੇ ਸਾਹਿਬਾਨ ਨੇ ਆਣਾ ਹੈ ਔਰ ਆਪ ਸਾਰੀ ਰਸਤ ਜੋ ਸਮੱਗਰੀ ਹੈ ਲੰਗਰ ਦੀ ਉਹ ਸਾਨੂੰ ਦੇ ਦਿਓ। ਇਹ ਵਿਚਾਰ ਸੁਣ ਕੇ ਦੋਵੇਂ ਪਿਓ ਪੁੱਤਰ ਆਪੋ 'ਚ ਇੱਕ ਦੂਜੇ ਨੂੰ ਦੇਖਿਆ, ਇੱਕ ਦੂਜੇ ਨੂੰ ਵੇਖਣ ਲੱਗ ਪਏ ਔਰ ਵੇਖਦੇ ਹੋਏ ਉਹਨਾਂ ਨੂੰ ਦੋਵਾਂ ਨੇ ਫੈਸਲਾ ਦੇ ਦਿੱਤਾ ਕਿ ਤੁਸੀਂ ਸਵੇਰੇ ਆ ਕੇ ਸਾਡੇ ਕੋਲੋਂ ਸਾਰੀ ਰਸਤ ਲੰਗਰ ਦੀ ਲੈ ਲੈਣੀ। ਪਰ ਦਿਲ ਵਿੱਚ ਇਹ ਸੀ ਕਿ ਸਾਡੇ ਕੋਲ ਹੈ ਕੁਛ ਨਹੀਂ, ਪਰ ਨਾਲ ਇਹ ਵੀ ਸੀ ਕਿ ਜੇ ਗੁਰੂ ਜੀ ਸਾਡੇ ਕੋਲੋਂ ਭੁੱਖੇ ਚਲੇ ਗਏ ਜਾਂ ਆਏ ਹੋਏ ਗੁਰੂ ਸਾਡੇ ਘਰ ਗੁਰੂ ਆਏ ਹੋਏ ਨੇ, ਅਸੀਂ ਦੀ ਸੇਵਾ ਨਾ ਕਰ ਸਕੇ, ਸਾਨੂੰ ਕਿਸੇ ਜਨਮ ਢੋਈ ਨਹੀਂ ਮਿਲੇਗੀ। ਲੱਖਾਂ ਸੇਵਾ ਕਰਾਂਗਾ ਦੁਨੀਆ ਦੀਆਂ ਆਪਣੇ ਬਾਹਰੀ ਤੌਰ ਤੇ, ਸਾਕੀ ਤੌਰ ਤੇ, ਮਗਰ ਆਪਣੇ ਗੁਰੂ ਦੀ ਸੇਵਾ ਨਹੀਂ ਕਰ ਸਕੇ, ਉਹਨਾਂ ਨੂੰ ਹੀ ਬੁਲਾ ਕੇ ਸਤਿਕਾਰ ਨਾ ਦੇ ਸਕੇ, ਤੇ ਸਾਡਾ ਜੀਣਾ ਜਿਹੜਾ ਹੈ ਉਹ ਉੱਥੇ ਦੁਹਾਰਾ ਜਾਂ ਉਹ ਬਹੁਤ ਮਾੜਾ ਹੈ। ਰਾਤ ਦੇ ਵਿਚਾਰ ਨੇ ਸਾਖੀ ਨੂੰ ਦੋ ਢੰਗਾਂ 'ਚ ਲਿਖਿਆ ਗਿਆ ਹੈ। ਜਿਹੜੇ ਆਮ ਸਾਖੀਕਾਰ ਜਾਂ ਕਹਾਣੀਕਾਰ ਨੇ ਜਾਂ ਪੜ੍ਹੇ ਲਿਖੇ ਲੋਕ ਨੇ, ਵਿਦਵਾਨ ਲੋਕ ਨੇ, ਉਹ ਆਪਣੇ ਆਪਣੇ ਢੰਗ ਦੇ ਨਾਲ ਕੁਝ ਚੀਜ਼ਾਂ ਨੂੰ ਲਿਖ ਦਿੰਦੇ ਹਨ। ਇੱਕ ਬਣੇ ਤੇ ਇਹ ਆਖਿਆ ਜਾਂਦਾ ਹੈ ਕਿ ਪੈਸਾ ਨਾ ਹੋਣ ਕਾਰਨ ਲਾਹੌਰ ਦੇ ਵਿੱਚ ਇੱਕ ਐਸਾ ਬੁਰਜ ਸੀ ਜਿਹਦੇ ਵਿੱਚ ਮਤਲਬ ਕਿ ਉਹਨਾਂ ਦੇ ਜਿਹੜਾ ਵੀ ਉੱਥੇ ਬੁਰਜ ਨੂੰ ਜਾਂ ਪਿੱਲਰ ਨੂੰ ਬਣਾਉਂਦਾ ਸੀ ਜਾਂ ਕੋਈ ਰਾਜ ਮਿਸਤਰੀ ਕੰਮ ਕਰਦਾ ਸੀ, ਉਹਦੀ ਮੌਤ ਹੋ ਜਾਂਦੀ ਸੀ। ਉਸ ਪਿਓ ਪੁੱਤਰ ਨੇ ਉੱਥੇ ਮਿਹਨਤ ਕੀਤੀ। ਪਿਓ ਨੇ ਆਪਣੇ ਉਸ ਦਿਨ ਤੇ ਮਿਹਨਤ ਕਰਨ ਵਾਸਤੇ ਕਿਹਾ ਕਿ ਚਲੋ ਪੁੱਤਰ ਤੂੰ, ਮੈਂ ਘਰ ਗੁਰੂ ਜੀ ਨੂੰ ਸੰਭਾਲਾਂਗਾ, ਤੂੰ ਮਿਹਨਤ ਕਰਨ ਵਾਸਤੇ ਚਲਾ ਜਾ ਔਰ ਜਾ ਕੇ ਤੂੰ ਸ਼ਾਹੂਕਾਰ ਕੋ ਪੈਸੇ ਲੈ ਲੈ। ਆਖਦੇ ਨੇ ਸਾਖੀ ਵਾਲੇ ਕਿ ਉਹਨਾਂ ਸ਼ਾਹੂਕਾਰ ਕੋ ਪੈਸੇ ਲਏ, ਪਿੱਲਰ ਚੜ੍ਹਨ ਤੋਂ ਪਹਿਲਾਂ ਹੀ ਉਹ ਜਦੋਂ ਉੱਤੇ ਚੜ੍ਹਿਆ ਕਰਨ ਵਾਸਤੇ ਕੰਮ, ਉਹਦੀ ਮੌਤ ਹੋ ਗਈ ਹੈ। ਪੈਸੇ ਘਰ ਲੰਗਰ ਲੱਗਾ, ਮਰ ਗੁਰੂ ਸਾਹਿਬ ਨੇ ਯਾਦ ਕੀਤਾ, ਮੁੰਡਾ ਉੱਥੇ ਡਿੱਗਿਆ, ਮਰਿਆ ਹੋਇਆ, ਫਿਰ ਜਿੰਦਾ ਹੋ ਗਿਆ। ਦੂਜੇ ਬੰਨੇ ਇਹ ਵੀ ਕੁਰਬਾਨੀ ਦਿੰਦੇ ਨੇ ਕਿ ਗੁਰੂ ਸਾਹਿਬ ਆਪਦੇ ਆਵਣ ਤੇ ਲਾਗੇ ਜਗਨਨਾਥ, ਪੰਡਿਤ ਜਗਨਨਾਥ ਦੇ ਨਾਂ ਤੇ ਇੱਕ ਬਹੁਤ ਵੱਡਾ ਸ਼ਾਹੂਕਾਰ ਸੀ। ਉਹਦੇ ਕੋਲੋਂ ਉਹਨਾਂ ਨੇ ਮਤਲਬ ਕਿ ਆਪਣਾ ਸਾਰਾ ਰਾਸ਼ਨ ਪਾਣੀ ਰਸਦ ਜਿਹੜੀ ਸੀ ਉਹ ਬਣਵਾਉਣੀ ਸੀ। ਲਾਗੇ ਇੱਕ ਸ਼ਾਹੂਕਾਰ ਸੀ, ਉਹ ਪੰਡਿਤ ਹਲਵਾਈ ਸੀ, ਉਹ ਹਲਵਾਈ ਦੇ ਕੋਲੋਂ ਸਮਾਨ ਬਣਾਉਣਾ ਸੀ। ਮੂਸਣ ਤੇ ਸਮਨ ਨੇ ਉਹਨਾਂ ਨੇ ਬਗੈਰ ਪੈਸਿਆਂ ਤੋਂ ਉਹਨੂੰ ਸਾਰੀ ਰਸਦ ਤੇ ਸਮਾਨ ਬਣਾ ਕੇ ਦਿੱਤਾ ਸੀ। ਉਸ ਟਾਈਮ ਉੱਤੇ ਜਿਸ ਸ਼ਾਹੂਕਾਰ ਨੂੰ ਰੋਕਿਆ ਸੀ ਉਹਦੇ ਘਰੋਂ ਸਮਾਨ ਰਾਹ ਨੂੰ ਉਹਨਾਂ ਨੇ ਕਿਹਾ ਕਿ ਪਿਓ ਪੁੱਤਰ ਨੇ ਜਾ ਕੇ ਚੋਰੀ ਕੀਤੀ। ਮਾਰਾ ਬਿਆਨ ਕਰਨੇ, ਹੱਟ ਪਟਨ ਬਿਜ ਮੰਦਰ ਭੰਨੇ, ਕਰ ਚੋਰੀ ਘਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ। ਉਹ ਜਿਹੜੀ ਨੇ ਚੋਰੀ ਸੀ, ਉਹ ਪੁੱਤਰ ਸਮਾਨ ਚੁੱਕਣ ਲਈ ਗਿਆ, ਸਮਾਨ ਲਿਆਂਦਾ, ਮਸਾਲਾ ਲੂਣ ਮਿਰਚ ਲਿਆਉਣ ਵਾਸਤੇ ਮੁੜ ਕੇ ਗਿਆ। ਸ਼ਾਹੂਕਾਰ ਜਾਗ ਪਿਆ, ਕੋਠੇ ਛੱਤ ਦੇ ਰਸਤੇ ਅੰਦਰ ਗਿਆ ਹੋਇਆ ਸੀ। ਪਿਤਾ ਕੋਠੇ ਦੇ ਉੱਪਰ ਖੜਾ ਸੀ, ਉਹ ਉਸ ਮੁੰਗ ਰਸਤੇ ਥੱਲੇ ਸੀ। ਉੱਪਰ ਚੜ੍ਹਦਿਆਂ ਹੋਇਆਂ ਸ਼ਾਹੂਕਾਰ ਲੱਤਾਂ ਫੜ ਲਈਆਂ, ਉਹ ਥੱਲੇ ਨੂੰ ਖਿੱਚੇ, ਪਿਓ ਉੱਪਰ ਨੂੰ ਖਿੱਚੇ। ਆਖਰਕਾਰ ਪੁੱਤਰ ਨੇ ਆਪਣੇ ਪਿਤਾ ਨੂੰ ਇਹ ਆਖਿਆ ਕਿ ਦੇਖੋ ਕਿ ਤੁਸੀਂ ਮੇਰਾ ਸਿਰ ਕੱਟ ਦਿਓ, ਜੇ ਤੁਸੀਂ ਸਿਰ ਨਾ ਕੱਟਿਆ ਗੁਰੂ ਦੀ ਬਦਨਾਮੀ ਹੋਵੇਗੀ, ਲੋਕ ਪਛਾਣ ਲਾਵਣਗੇ। ਪਿਤਾ ਦੇ ਸਾਹਮਣੇ ਪੁੱਤਰ ਦਾ ਸਿਰ ਕੱਟਿਆ ਜਾਵੇ ਤੇ ਪਿਤਾ ਉਂਝ ਦੂਜਾ ਸਿਰ ਕੱਟਣ ਲਈ ਤਿਆਰ ਹੋ ਜਾਂਦਾ ਹੈ।
ਤੇ ਤਨ ਉਹ ਪ੍ਰੇਮ, ਉਹ ਪ੍ਰੀਤ ਜਿਨ੍ਹਾਂ ਆਪਣੇ ਗੁਰੂ ਦੇ ਲਈ ਆਪਣੇ ਪੁੱਤਰ ਹੀ ਸਿਰ ਕੱਟ ਦਿੱਤਾ ਆਪਣੀ ਹੱਥੀ। ਮਾਰੇ ਬਿਆੰਗਾ ਜੇਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮਰੀਆ, ਇਤ ਮਾਰਗ ਤੇ ਪੈਦ ਰੀਜੈ, ਸਿਰ ਦੀਜੇ ਕਾਨ ਨਾ ਕੀਜੇ। ਉਹਨੇ ਮਾਸਾ ਵੀ ਉਹਦੀ ਫਿਕਰ ਚਿੰਤਾ ਨਹੀਂ ਕੀਤੀ ਔਰ ਆਪਣਾ ਸਿਰ ਕੱਟਿਆ, ਸਿਰ ਘਰ ਲੈਣ ਦਾ। ਧੜ ਥਲੇ ਜਾ ਪਿਆ, ਸ਼ੌਕਰ ਘਬਰਾ ਗਿਆ ਕਿ ਕਾਤਲ ਮੇਰੇ ਨਾਂ ਤੇ ਪੈ ਜਾਣਾ ਹੈ ਔਰ ਕਿਉਂ ਨਾ ਹੋਵੇ ਕਿ ਇਹ ਮੈਂ ਕਿਸੇ ਤਰੀਕੇ ਇੱਥੋਂ ਡੈਡ ਬੋਡੀ ਚੁਕਾ ਦੇਵਾਂ, ਕਿਉਂਕਿ ਮੇਰੇ ਕੋਲ ਸਿਰ ਨਹੀਂ, ਮੈਨੂੰ ਸਿਰੇ ਪੁਲਿਸ ਫੜ ਕੇ ਲੈ ਜਾਵੇਗੀ। ਇਹ ਸੁਣ ਕੇ ਵਿਚਾਰ ਕੇ ਉਹ ਫਿਰ ਉਸੇ ਕੋ ਮੂਸਨ ਕੋ ਆ ਗਿਆ, ਕਹਿਣ ਲੱਗਾ ਲੋ ਜੀ ਤੂੰ ਪੈਸੇ ਲੈ ਆਪਣਾ ਤੇ ਆਪਣਾ ਜਿਹੜਾ ਡੈਡ ਬੋਡੀ ਉਹ ਚੁੱਕ ਕੇ ਤੂੰ ਬਾਹਰ ਸੁੱਟਿਆ। ਉਹ ਅੰਦਰ ਬਾਹਰ ਜਾ ਹੀ ਆ ਰਿਹਾ ਸੀ ਤੇ ਉਹਦੇ ਵਿੱਚ ਕੀ ਦੇਖਿਆ ਕਿ ਉਹ ਸਰੀਰ ਚੁੱਕ ਕੇ ਲਿਆ ਕੇ ਉਹਨੇ ਆਪਣੇ ਅੰਦਰ ਰੱਖਿਆ, ਧੜ ਦੇ ਨਾਲ ਸਿਰ ਰੱਖਿਆ, ਉੱਤੇ ਕੱਪੜਾ ਪਾ ਦਿੱਤਾ। ਕੱਪੜਾ ਪਾਵਣ ਤੋਂ ਬਾਅਦ ਗੁਰੂ ਸਾਹਿਬ ਸਵੇਰੇ ਆਏ, ਰਸਤ ਬਣੀ, ਲੰਗਰ ਬਣਿਆ, ਕੀਰਤਨ ਦਰਬਾਰ ਲੱਗਾ, ਕੀਰਤਨ ਹੋਇਆ, ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। ਬਾਰਿਸ਼ ਲੰਗਰ ਵਰਤਾਵਾਂ ਜਦ ਟਾਈਮ ਆਇਆ, ਗੁਰੂ ਸਾਹਿਬ ਨੇ ਇਹਨਾਂ ਨੂੰ ਇਹ ਆਖਿਆ ਕਿ ਦੇਖੋ ਤੁਸੀਂ ਮੂਸਨ ਆਪਣੇ ਸੰਮਨ ਨੂੰ ਬੁਲਾਓ ਔਰ ਲੰਗਰ ਛਕਣਾ ਹੈ। ਉਹ ਆਖਣ ਲੱਗੇ ਮਹਾਰਾਜ ਕਿ ਉਹ ਤਾਂ ਸੁੱਤਾ ਪਿਆ, ਉਸਨੂੰ ਬੁਖਾਰ ਹੋਇਆ, ਠੀਕ ਨਹੀਂ ਰਾਤ ਦਾ, ਉਹਨੂੰ ਆਪਣੇ ਅੰਦਰ ਲੰਮੇ ਪਿਆ ਹੋਇਆ ਹੈ, ਤੁਸੀਂ ਆਪਣਾ ਭੋਜਨ ਗ੍ਰਹਿਣ ਕਰੋ। ਗੁਰੂ ਸਾਹਿਬ ਆਖਣ ਲੱਗੇ ਕਿ ਇਹ ਨਹੀਂ ਹੋ ਸਕਦਾ। ਉਹਨੇ ਇਹ ਨਹੀਂ ਆਖਿਆ ਕਿ ਮੇਰਾ ਪੁੱਤਰ ਮੇਰੇ ਕੋਲ ਮਰ ਗਿਆ ਜਾਂ ਮੈਂ ਮਾਰਤਾ, ਆਪਣੇ ਬਿਲਕੁਲ ਕੰਮ ਕਰਦੇ ਰਹੇ। ਆਖਰ ਗੁਰੂ ਸਾਹਿਬ ਦੀ ਰਹਿਮਤ ਨੇ, ਕਿਰਪਾ ਨੇ ਉਸ ਦੀ ਫਿਰ ਸਿਰ ਜੋੜ ਦਿੱਤਾ। ਮੂਸਨ ਰਾਮ ਕਰਦੇ ਮਹਾਰਾਜ ਦੇ ਅੱਗੇ ਚਰਨੀ ਸੀਸ ਨਵਾਇਆ ਅਤੇ ਸੰਮਨ ਨੇ ਵੀ ਆ ਕੇ ਤਾਂ ਆਪਣੇ ਮਹਾਰਾਜ ਦੇ ਅੱਗੇ ਸੀਸ ਨਵਾ ਕੇ ਤੇ ਆਪ ਮੁਖਤ ਉਸ ਲਈ ਬਾਣੀ ਉਚਾਰੀ ਜਾ ਰਹੀ ਸੀ, ਜਿਸਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਸਕੇ ਨਾ ਕੋਈ, ਸਹਿਬਕ ਸੇਵਕ ਰਹੇ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ, ਤਿਸ ਤਾਂ ਉੱਪਰ ਨਾਹੇ ਕੋਏ, ਕੌਣ ਡਰੇ ਡਰ ਕਿਸਕਾ ਹੋਏ। ਜਿਸ ਅਕਾਲ ਪੁਰਖ ਦੇ ਲਈ, ਜਿਸ ਪਰਮਾਤਮਾ ਦੇ ਲਈ ਅਸੀਂ ਨਿਤ ਨਵੇਂ ਪਾਠ, ਨਿਤ ਨਵੇਂ ਭੋਗ, ਨਿਤ ਨਵੇਂ ਪ੍ਰਸ਼ਾਦ, ਨਿਤ ਨਵੇਂ ਖਿਆਲ ਤਿਆਰ ਕਰਦੇ ਹਾਂ, ਉਹਨਾਂ ਵਿੱਚੋਂ ਪਰਮਾਤਮਾ ਨੂੰ ਪ੍ਰਵਾਨਗੀ ਨਹੀਂ ਹੁੰਦੀ, ਬਲਕਿ ਸਾਡੇ ਮਨ ਅੰਦਰ ਗਰੂਰ, ਹੰਕਾਰ ਅਤੇ ਮਾਣ ਪੈਦਾ ਹੋ ਜਾਂਦਾ ਹੈ, ਜਿਹਦੇ ਰਾਹੀਂ ਸਾਡੀ ਆਤਮਾ ਨੂੰ ਬਾਰ-ਬਾਰ ਜਨਮਾਂ ਦਾ ਅਤੇ ਬਾਰ-ਬਾਰ ਇਸ ਸਰੀਰ ਦੇ ਪਿੰਜਰੇ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਦੇਹ, ਇਹ ਬਾਡੀ, ਇਹ ਜਿਸਮ ਜਿਹੜਾ ਹੈ, ਇਹ ਸਰੀਰ ਜਿਹੜਾ ਹੈ, ਇਹ ਅਕਾਲ ਪੁਰਖ ਨੇ ਆਪਣੇ ਪਿਆਰ ਅਤੇ ਆਪਣੀ ਸ਼ਕਤੀ ਅਤੇ ਆਪਣੀ ਦਇਆ ਦੇ ਨਾਲ ਤਿਆਰ ਕੀਤਾ ਹੈ। ਇਸ ਦੇ ਹਿਰਦੇ ਵਿੱਚ ਉਹ ਪ੍ਰੀਤ, ਉਹ ਪਿਆਰ ਉਪਜੀ, ਪ੍ਰੀਤ ਪ੍ਰੇਮ ਰਸ ਚਾਹਿਆ, ਮਨ ਤਨ ਅੰਤਰ ਇਹੋ ਸਿਹਾਇਆ, ਕਿ ਸੋ ਕੇ ਵਿਛੜੇ ਜਿਹਨੇ ਸਭ ਕੁਝ ਦਿਆ। ਹੇ ਦਾਤਾ, ਉਹਨੂੰ ਕਦੇ ਨਹੀਂ ਵਿਸਾਰੋ, ਉਸ ਨੂੰ ਕਦੇ ਨਹੀਂ ਭੁੱਲਣਾ ਜਿਹੜਾ ਤੁਹਾਨੂੰ ਪਲ ਪਲ ਹਰ ਜਗ੍ਹਾ ਤੇ, ਹਰ ਟਾਈਮ, ਹਰ ਵੇਲੇ ਤੁਹਾਡੀ ਰੱਖਿਆ ਕਰਦਾ ਹੈ। ਉਹਨੂੰ ਵਿਸਾਰਤਾ ਤੇ ਸਾਡਾ ਜੀਣਾ ਕਾਹਦਾ ਹੈ। ਦੁਨੀਆ ਦੇ ਹਰ ਕੰਮ ਅਸੀਂ ਬਗੈਰ ਉਹ ਤੋਂ ਕਰ ਸਕਦੇ ਹਾਂ ਔਰ ਹੋ ਸਕਦੇ ਨੇ, ਪਰ ਜਿੱਥੇ ਉਹ ਨਹੀਂ ਉੱਥੇ ਕੁਝ ਵੀ ਨਹੀਂ। ਤੁਸੀਂ ਜੱਗ ਦੇ ਭੁਗਤਾਨ ਕਰ ਸਕਦੇ ਹੋ ਜਿਨ੍ਹਾਂ ਦੇ ਵਿੱਚ ਤੁਹਾਨੂੰ ਸੁੱਖ ਨਜ਼ਰ ਆਉਂਦਾ ਹੈ, ਪਰ ਉਹ ਤੁਹਾਡਾ ਦੁੱਖ ਬਣ ਜਾਂਦਾ ਹੈ। ਉਹਦੇ ਕਾਰਨ ਤੁਸੀਂ ਮੁਸੀਬਤਾਂ ਤੇ ਮੁਸ਼ਕਲਾਂ ਝੱਲਦੇ ਹੋ ਅਤੇ ਸਹਿੰਦੇ ਆਏ ਹੋ। ਸਾਹਿਬ ਫਰਮਾਨ ਕਰਦੇ ਨੇ ਕਿ ਦੁੱਖ ਹੀ ਇਨਸਾਨ ਦੇ ਸਾਰੇ ਪਰਮਾਤਮਾ ਦੇ ਸੌਖੇ ਰਸਤੇ ਬਣਾਉਂਦਾ ਹੈ। ਦੁੱਖ ਨਹੀਂ ਤਾਂ ਸੁੱਖ ਕੋਈ ਚੀਜ਼ ਦੀ ਕਦਰ ਨਹੀਂ ਕਰ ਸਕਦਾ, ਨਾ ਕਦਰ ਪੈਂਦੀ ਨਾ ਅਸੀਂ ਕਰਦੇ। ਦੁੱਖ ਦੇ ਰਾਹੀਂ ਸੁੱਖ ਯਾਦ ਹੁੰਦਾ ਹੈ, ਪਰ ਸਾਹਿਬ ਕਬੀਰ ਸਾਹਿਬ ਦੇ ਮਜਮੂਨ ਚ ਨਾ ਛੋਟੇ ਲਫ਼ਜ਼ਾਂ ਨਾਲ ਸਮਝਾਉਂਦੇ ਨੇ ਕਿ ਸੁਖ ਮੇ ਸਿਮਰਨ ਜੋ ਕਰੇ ਦੁੱਖ ਕਾਹੇ ਕਾਹੋ। ਤੇ ਦੁੱਖ ਮੇ ਸਿਮਰਨ ਸਭ ਕਰੇ, ਸੁਖ ਮੇ ਕਰੇ ਨਾ ਕੋਈ। ਅਸੀਂ ਦੁੱਖ ਵਿੱਚ ਪਰਮਾਤਮਾ ਨੂੰ ਆਰਾਧਦੇ ਹਾਂ, ਧਿਆਨਦੇ ਹਾਂ, ਸਿਮਰਦੇ ਹਾਂ, ਮਗਰ ਸੁੱਖ ਵਿੱਚ ਭੁੱਲ ਬੈਠਦੇ ਹਾਂ। ਦਾਤ ਪਿਆਰੀ ਨਾਨਕਾ ਵਿਸਰ ਗਿਓ ਦਤਾਰ। ਜਿਸ ਦਾਤੇ ਨੇ ਸਾਨੂੰ ਇੰਨਾ ਮਾਣ ਦਿੱਤਾ, ਇੰਨੀ ਵਡਿਆਈ ਦਿੱਤੀ, ਇੰਨੀ ਸਾਡੇ ਉੱਤੇ ਮਿਹਰ ਕੀਤੀ, ਅਸੀਂ ਉਹਨੂੰ ਵਿਸਾਰ ਗਏ ਤੇ ਬਾਹਰੀ ਝੂਠੀਆਂ ਚੀਜ਼ਾਂ ਦੇ ਵਿੱਚ, ਜਿਨ੍ਹਾਂ ਸਾਡੀ ਇੱਕ ਦਿਨ ਦੇ ਲਈ, 2 ਦਿਨ ਦੇ ਲਈ ਸਾਡੀ ਕੋਈ ਮਦਦ ਕੀਤੀ, ਹੈਲਪ ਕੀਤੀ, ਸਾਨੂੰ ਕੋਈ ਰੋਟੀ ਦੇ ਦਿੱਤੀ, ਤਾਂ ਅਸੀਂ ਉਹਦੇ ਨਾਲ ਆਪਣਾ ਸਾਰਾ ਜਿਹੜਾ ਜੀਵਨ ਹੈ ਉਹ ਜੋੜ ਬੈਠੇ। ਦੁਆ ਹੈ ਮੰਗਤੇ ਦੀ, ਰੋਟੀ ਮੰਗਦਾ ਤੁਸੀਂ ਦਿੰਦੇ ਹੋ, ਉਹ ਇਹ ਕਹਿੰਦਾ ਤੇਰਾ ਭਲਾ ਹੋਵੇ, ਫਿਰ ਅਗਲੇ ਘਰੋਂ ਜਾ ਮੰਗਦਾ, ਉੱਥੇ ਭਲੇ ਦੀ ਦੁਆ ਦੇ ਕੇ ਫਿਰ ਅਗਲੇ ਘਰੋਂ ਮੰਗਦਾ। ਇਹ ਸਾਰੀ ਰੂਟੀਨ ਬਜਦੀ ਹੈ। ਉਹਦਾ ਮੰਗਣਾ ਬੰਦ ਨਹੀਂ ਹੁੰਦਾ, ਦੁਆਵਾਂ ਦੇਣੋਂ ਕਦੇ ਬੰਦ ਨਹੀਂ ਹੁੰਦਾ। ਨਾ ਉਹ ਦੁਆਵਾਂ ਦੇਣੋਂ ਰੁਕਦਾ ਹੈ, ਨਾ ਉਹਦਾ ਮੰਗਣਾ ਬੰਦ ਹੁੰਦਾ ਹੈ। ਇਸ ਵਾਸਤੇ ਜਿੰਨੇ ਵੀ ਅੱਜ ਤੱਕ ਪ੍ਰਾਤਮ ਕਾਲ ਦੇ ਅੰਦਰ ਪੂਰਨ ਪੁਰਖ, ਪੂਰਨ ਮਹਾਤਮਾ, ਕਾਮਲ ਫਕੀਰ, ਪੂਰਨ ਮੁਰਸ਼ਦ, ਨਬੀ ਅਤੇ ਪਕੰਬਰ, ਅਵਤਾਰ ਦੇਵੀ ਦੇਵਤੇ,
ਹੋਰ ਵੀ ਜਿतਨੇ परमात्मा ਦੇ ਬਣਾਏ ਹੋਏ ਰੂਪ ਰੇਖਾ ਹਨ, ਰੂਪ ਰੰਗ ਹਨ, ਉਹ ਸਾਰੇ ਹੀ ਸਾਡੇ ਆਤਮਾ ਨੂੰ ਜਗਾਉਣ ਦੇ ਲਈ ਆਏ ਔਰ ਬਣਾਏ ਗਏ, ਨਾ ਕਿ ਸਾਨੂੰ ਢਾਵਣ ਲਈ ਅਤੇ ਢਾਵਣ ਦੇ ਤੋੜਨ ਲਈ ਸਾਨੂੰ ਇਹ ਚੀਜ਼ਾਂ ਦਿੱਤੀਆਂ ਗਈਆਂ। ਸਾਹਿਬ ਅਤੇ ਪੂਰਨ ਪੁਰਖ, ਪੂਰਨ ਸੰਤ, ਪੂਰਨ ਮਹਾਤਮਾ ਕਾਮਲ ਫਕੀਰ ਸਾਡੀ ਬੁੱਝੀ ਹੋਈ ਜੋਤ ਨੂੰ ਜਗਾਉਣ ਆਉਂਦੇ ਨੇ। ਉਹ ਬੁੱਝੀ ਜੋਤ ਕਿਹੜੀ ਹੈ? ਜਿਹਨੂੰ ਅਸੀਂ ਆਪਣਾ ਰੂਹ ਆਤਮਾ ਆਖਦੇ ਹਾਂ। ਨਾਨਕ ਸਦ ਸੁਹਾਗਣਾ ਜਿਹਨੂੰ ਜੋਤੀ ਜੋਤ ਸਮਾਏ। ਉਹ ਜਿਹੜੀ ਤਾਕਤ ਹੈ, ਉਹ ਜਿਹੜੀ ਪਾਵਰ ਹੈ, ਉਹ ਸਦਾ ਹੀ ਇੱਕ ਨੂਰ ਵਿੱਚ ਦਲਕਦੀ ਰਹਿੰਦੀ ਹੈ, ਜਿਹੜੀ ਕਦੇ ਖਤਮ ਨਹੀਂ ਹੋਈ। ਜਦੋਂ ਵੀ ਅਸੀਂ ਉਹ ਤੋਂ ਖੁੰਝਦੇ ਹਾਂ, ਉਹ ਤੋਂ ਵਿਛੜਦੇ ਹਾਂ ਜਾਂ ਉਹ ਤੋਂ ਹੀ ਭੁੱਲਦੇ ਹਾਂ, ਉਦੋਂ ਹੀ ਸਾਨੂੰ ਦੁੱਖ ਤੇ ਆਉਂਦੇ ਹੀ ਆਉਂਦੇ ਨੇ, ਪਰ ਸਾਨੂੰ ਸੁੱਖ ਬਾਹਰ ਨਜ਼ਰ ਆਉਂਦੇ ਨੇ। ਦੁੱਖ ਜ਼ਿਆਦਾ ਆਉਂਦੇ ਨੇ, ਸੁੱਖ ਘੱਟ। ਮਗਰ ਅਸੀਂ ਉਹ ਦੁੱਖਾਂ ਨੂੰ ਸੁੱਖਾਂ ਨਾਲ ਕੰਪੇਅਰ ਕਰਕੇ ਕਹਿੰਦੇ ਕੋਈ ਨਹੀਂ, ਅੱਜ ਦੇ ਕੱਲ ਸਹੀ, ਕੱਲ ਨਹੀਂ ਤੇ ਪਰਸੋਂ ਸਹੀ। ਲਿਹਾਜ਼ਾ ਸਿਰਫ ਇਹ ਹੈ ਕਿ ਅਸੀਂ ਲੋਕਾਂ ਨੂੰ ਆਪਣੇ ਤਰੀਕੇ ਦੇ ਨਾਲ ਇਹ ਚੀਜ਼ ਨੂੰ ਜਾਣਨਾ ਹੈ ਕਿ ਅਸੀਂ ਕਦ ਲਈ ਆਏ, ਕੀ ਕਰਨਾ ਆਏ ਔਰ ਕੀ ਕਰਨਾ ਚਾਹੁੰਦੇ ਹਾਂ ਔਰ ਕੀ ਸਾਨੂੰ ਕਰਨਾ ਚਾਹੀਦਾ ਹੈ। तो ओ जिन प्रेम की हो तिन ही प्रभ पाए, साहब की बाणी है और साहब ने अपने मजमून च उपदेश दिता है। सो जिन्ने भी पूर्ण पुरख आए ने हमेशा ही सानू नवी रोशनी, नवी लो, नवा प्रकाश, नवी जोत, नवा चिराग दे के चले जाते ने। सानू उन्हां बंधनां च नहीं बंध के जाते जिन्हां बंधनां विच असीं हुण भटकदे फिरदे हां। नित दिन अज भी जिहड़े असीं पाठ पूजा पुण्य दान नितनेम जितने भी कीते ने, उन्हां राहीं सानू ना सुख मिलिया, ना शांति मिली, ना तसल्ली आई। दुनिया का सारा समान मिल गया, धियां पुत्र मिले, कारोबार मिल गया, कारो विहार मिल गया, मगर आत्मिक शांति ना मिली, चैन ना मिलिया, सुकून ना मिलिया, खुशी ना मिली। वो खुशी, वो चैन, वो मौज अते वो पाना जो मुर्शद शरण विच है, वो किते नहीं है। ओदा जिहड़ा दया दृष्टि है, वो सब तो उत्तम अते मेहर भरी है। वो चाहे तो भुखियां नूं सिदक दवा सकता है, वो चाहे तो सिरां चलदे हुए आरियां विचों भी वो दर्दां मुटा सकता है। नहीं तो वो दर्द उस तो विछड़ के सानू वो दर्दां मिलदियां ने, वो तसीहे मिलदे ने जिहड़े असीं जींदे जी नित सहिंदे हां। उस नूं दूर करन वास्ते साहब ने सानू शुरुआत विच छोटे लफ्ज़ां दे राहीं उस परमात्मा की उपमा नाम की दसी है, नाम का हौका दिता है, नाम की वडियाई दी है। पात्र पात्र तुक तुक शब्द के बारे, नाम के बारे बयान करते हैं। हर बार असी आप लोगों को वक् वक् तरीकों के ये चीज़ समझाते चले आए हैं कि देखो तुसी अपने आप को खोज के वेखो, मत किसे मगर भटको, मत किसे मगर लगो। तुसी पहला अपने आप को सोचो और खोजो कि तुसी चाहते की हो, तुहानू किहड़ी चीज़ की चाहिए है, किहड़े वक्त तुसीं की पाना चाहते हो, उहदे राहीं तुसीं डिमांड पैदा करो, उहदे राहीं तुसीं अपनी आराधना करो, उहदे राहीं तुसीं अपनी बेनतियां करो, उहदे राहीं तुसीं अपनी प्रार्थना करो। ये नहीं कि एक मंगी दो, दो मंगे चार, चार मंगे तीन, इक्को चीज़ मंग लो जिहदे सारी चीज़ां इकट्ठियां हो जावन। वो है चीज़ जिहदे बड़े छोटे लफ्ज़ कहने हुंदे आ, दाता घर है तो दाता की लोड़ ही नहीं, दाता आपे तुरियां आउणियां ने। दाता घर च नहीं, लोड़ा पूरी नहीं होनियां कदे भी। जिन्ने मर्जी हथ पल्ले मार लवो, दौड़ भज लवो, भज के तुसीं वेखदे ही आ उम्र 60 70 80 साल 90 साल 100 साल की बीत जाती है। वो मन दी खुशियां, मन दी आराधनावां, मन के चाह दिल च ही रह जाते हैं, पूरे नहीं होंदे। ते पूरे होने वास्ते जो आराधना है, रस्ता है, वो गुरु साहब जी सानू दस रहे हैं। गुरमुख जिनी नाम न पाया, मन मुख बिरथा जन्म गवाया। अगे बिन नावै को बेली नाही, बूझै गुर बेचारी जियो। साहिब सानू बड़े छोटे लफ्ज़ां च बयान करते हैं, जो साड़ी भी कोई चीज़ गवाच जाती है, घर दे विच भी कोई चीज़ असीं भुल जाने रख के, तो असीं अपने आप भी लभदे हाँ, पर नाल दे कोल पुछदे कि तू तो नहीं किते वेखी, तैनूं तू तो नहीं किते फड़ के रख दित्ती दूजे थां दे उत्ते। इस तरह ही साडी रूह जिहड़ी है
ਇਹ ਮਨ ਦੇ ਵਿਕਾਰਾਂ ਦੇ ਵਿੱਚ ਗਵਾਚੀ ਹੋਈ ਹੈ। ਅਸੀਂ ਇਸ ਨੂੰ ਲੱਭਣ ਵਾਸਤੇ ਕਦੇ ਕਾਮ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ ਦਾ ਅਤੇ ਮਨ ਦਾ ਜਿਹੜਾ ਮਨਚੰਤਰ ਹੈ ਉਹਦੇ ਰਾਹੀਂ ਅਸੀਂ ਇਹਦੀ ਤਲਾਸ਼ ਕਰਦੇ ਹਾਂ, ਜਗਾਉਂਦੇ ਹਾਂ, ਮਗਰ ਇਹ ਜਾਗਦੀ ਨਹੀਂ। ਇਹਨੂੰ ਮਾਰਦੇ ਹਾਂ, ਇਹ ਮਰਦੀ ਨਹੀਂ। ਇਹਨੂੰ ਉਠਾਉਂਦੇ ਹਾਂ, ਇਹ ਉੱਠਦੀ ਨਹੀਂ, ਕਿਉਂਕਿ ਇਹ ਸੌਂ ਚੁੱਕੀ ਹੈ ਝੂਠੇ ਪਸਾਰੇ ਵਿੱਚ, ਝੂਠੇ ਖਲਾਰੇ ਵਿੱਚ, ਝੂਠੇ ਨਸ਼ੇ ਵਿੱਚ, ਝੂਠੇ ਸਰੂਰ ਅੰਦਰ। ਇਸ ਲਈ ਸਾਹਿਬ ਇਹ ਫਰਮਾਨ ਕਰਨੇ ਕਿ ਜਿਹੜੀ ਚੀਜ਼ ਜਿਹਨੂੰ ਜਿਹੜੀ ਗਵਾਚੀ ਹੈ, ਜਿਹਦੇ ਕੋਲੋਂ ਲੱਭਣੀ ਉਹਦੇ ਕੋਲੋਂ ਹੀ ਹੈ। ਜਿਸ ਤਰ੍ਹਾਂ ਅਸੀਂ ਸਤਸੰਗਾਂ 'ਚ ਕਈ ਵਾਰੀ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਝੋਨੇ ਦੀ ਫਸਲ ਪਾਣੀ ਨਾਲ ਹਰੀ ਹੁੰਦੀ ਹੈ ਅਤੇ ਪਾਣੀ ਦੇ ਕਾਰਨ ਹੀ ਮਰ ਜਾਂਦੀ ਹੈ, ਸਿਮਰਨ ਨਾਲ ਵਿਛੜੀ ਹੋਈ ਰੂਹ ਸਿਮਰਨ ਦੇ ਨਾਲ ਹੀ ਜਾ ਕੇ ਜੁੜਨੀ ਹੈ। ਔਰ ਮਰ ਕੇ ਬਾਅਦ ਪਾਣਾ ਰੱਬ ਨੂੰ, ਇਹ ਕੋਈ ਭਰੋਸਾ ਨਹੀਂ। ਮਰਨ ਤੋਂ ਬਾਅਦ ਉਹ ਕੀ ਦੇਵੇਗਾ, ਇਹ ਕੋਈ ਭਰੋਸਾ ਨਹੀਂ। ਪਰ ਜਿੰਦੇ ਜੀ ਪਾ ਲੈਣਾ, ਉਹਨੂੰ ਜਾਣ ਲੈਣਾ, ਇਹ ਉਹਦੀ ਵਡਿਆਈ ਹੈ, ਉਹਦੀ ਰੋਸ਼ਨੀ ਦੀ, ਉਹਦੀ ਲੋਹ ਦੀ। ਪਰਮਾਤਮਾ, ਜਿਸ ਤਰ੍ਹਾਂ ਤੁਸੀਂ ਸਾਰੇ ਲੋਕ ਆਖਦੇ ਹੋ, ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਹੈ, ਪਰਮਾਤਮਾ ਸਾਡੇ ਇੱਥੇ ਵਸਦਾ ਏ, ਸਾਡੇ ਹਿਰਦੇ ਵਿੱਚ ਹੈ। ਤੁਸੀਂ ਕਹਿੰਦੇ ਕੋ ਤੁਹਾਨੂੰ ਸਹਿਜ ਆਖਿਆ ਚੱਲ ਉੱਥੇ ਚੱਲੀਏ, ਮੰਦਰ, ਮਸੀਤੇ, ਗੁਰਦੁਆਰੇ ਜਾਂ ਕਿਤੇ ਹੋਰ, ਜਾਂ ਕਿਸੇ ਸੰਤਾਂ ਕੋਲ, ਕਹਿੰਦੇ ਕੀ ਕਰਨਾ, ਰੱਬ ਸਾਡੇ ਅੰਦਰ ਵੀ ਹੈ। ਅਸੀਂ ਕਿਵੇਂ ਇਹ ਸਤਸੰਗ ਆਖਦੇ ਹਾਂ ਕਿ ਤੁਹਾਡੇ ਕਿਸੇ ਅੰਦਰ ਰੱਬ ਨਹੀਂ ਵਸਦਾ, ਨਾ ਵਸਦਾ ਨਾ ਰਹਿੰਦਾ ਏ। ਜੇ ਤੁਹਾਡੇ ਨਾਲ ਰੱਬ ਵਸ ਜਾਵੇ ਜਾਂ ਰਹਿੰਦਾ ਹੋਵੇ, ਤੁਸੀਂ ਕਦੇ ਵੀ ਕਿਸੇ ਨਿੰਦਿਆ ਨਾ ਕਰੋ, ਚੁਗਲੀ ਨਾ ਕਰੋ, ਕਿਸੇ ਨੂੰ ਬੁਰਾ ਨਾ ਕਹੋ, ਸ਼ਰਾਬਾ ਮੀਟ ਨਾ ਖਾਓ, ਕਿਸੇ ਨੂੰ ਮਾਰਨ ਵਾਸਤੇ ਕੋਈ ਸਕੀਮਾਂ ਨਾ ਬਣਾਓ, ਕਿਸੇ ਨੂੰ ਤੋੜਨ ਵਾਸਤੇ ਤੁਸੀਂ ਕੋਈ ਐਸਾ ਢਾਂਚਾ ਨਾ ਖੜਾ ਕਰੋ। ਤੁਹਾਡੇ ਅੰਦਰ ਅਸਲ 'ਚ ਰੱਬ ਵਸਦਾ ਨਹੀਂ ਹੈ, ਰੱਬ ਰਹਿੰਦਾ ਨਹੀਂ ਹੈ। ਤੁਸੀਂ ਰੱਬ ਦੇ ਆਪ ਰੱਬ ਬਣ ਬੈਠਦੇ ਹੋ। ਉਹਦੇ ਲਈ ਤੁਹਾਡੇ ਅੰਦਰੋਂ ਚੀਜ਼ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਇਸ ਕਰਕੇ ਝੂਠੀਆਂ ਚੀਜ਼ਾਂ ਸਾਡੇ ਅੰਦਰੋਂ ਉੱਠ ਪੈਂਦੀਆਂ ਨੇ। ਉਸ ਉਠਾਅ ਦੇ ਵਿੱਚੋਂ, ਉਸ ਝੁਕਾਅ ਦੇ ਵਿੱਚੋਂ ਸਾਨੂੰ ਇਹ ਚੀਜ਼ ਕੱਢਣੀ ਚਾਹੀਦੀ ਹੈ। ਉਹ ਜਿਸ ਤਰ੍ਹਾਂ ਮੱਖਣ ਨਿਕਲਦਾ ਹੈ ਦੁੱਧ ਵਿੱਚੋਂ, ਦੁੱਧ ਜਮਾ ਕੇ ਮਾਥਣ ਬਣਦਾ ਹੈ, ਮਾਥਣ 'ਚੋਂ ਮੱਖਣ ਨਿਕਲਦਾ ਹੈ। ਇਸੇ ਤਰ੍ਹਾਂ ਹੀ ਸਾਡੇ ਵਿਕਾਰਾਂ ਵਿੱਚ ਇਹ ਦੱਬੀ ਹੋਈ ਰੂਹ, ਬੁੱਝੀ ਹੋਈ ਜੋਤ, ਬੁੱਝੀ ਹੋਈ ਲੋਹ, ਬੁੱਝੀ ਹੋਇਆ ਚਿਰਾਗ, ਬੁੱਝਿਆ ਹੋਇਆ ਦੀਪਕ ਉਦੋਂ ਜਗੇਗਾ ਜਦੋਂ ਨਾਮ ਰੂਪੀ ਕੋ ਚੰਗਿਆੜੀ, ਨਾਮ ਰੂਪੀ ਕੋ ਤੀਲ, ਨਾਮ ਰੂਪੀ ਕੋ ਮਸਾਲ ਦੀ ਛੋਟੀ ਜਿਹੀ ਕਿਰਨ ਉੱਥੋਂ ਟੁੱਟ ਕੇ ਉਹਨਾਂ ਜਾ ਜੁੜੇਗੀ। ਲਿਹਾਜ਼ਾ ਸਿਰਫ ਇਹੋ ਹੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪ ਦੇ ਨਾਲ ਤਲਾਸ਼ ਦਾ ਰੂਪ ਧਾਰਨ ਕਰਕੇ ਔਰ ਦੂਜੇ ਵਿੱਚ ਸਾਨੂੰ ਤਲਾਸ਼ ਕਰਨੀ ਚਾਹੀਦੀ ਹੈ। ਦੂਜੇ ਨੂੰ ਤਾਂ ਕੁਝ ਦੇ ਸਕਦੇ ਹਾਂ ਜੇ ਅਸੀਂ ਆਪ ਦੇਣ ਜੋਗੇ ਹੋਏ ਹਾਂ। ਤੇ सेवा करो दास दासन की, अन के भांत तिस करो निहोरा। तुला तार तोले सुख सगले, बिन हर दर्श सबो ही थोरा। ਸਾਹਿਬ ਬਹੁਤ ਛੋਟੇ ਲਫ਼ਜ਼ਾਂ ਵਿੱਚ ਤੁਲਾ ਧਾਰ ਕ੍ਰਿਸ਼ਨ ਮਹਾਰਾਜ ਦੇ ਵਕਤ ਦੀ ਰੁਕਮਨ ਤੇ ਰਾਧਾ ਦੀ ਸਾਖੀ ਬਿਆਨ ਕਰਦੇ ਨੇ ਕਿ ਰੁਕਮਨ ਨੇ ਕ੍ਰਿਸ਼ਨ ਮਹਾਰਾਜ ਨੂੰ ਤ੍ਰਕੜੀ ਉੱਤੇ ਇੱਕ ਬੰਨੇ ਮਾਇਆ ਨਾਲ ਔਰ ਇੱਕ ਬੰਨੇ ਕ੍ਰਿਸ਼ਨ ਮਹਾਰਾਜ ਨੂੰ ਆਪਣੀ ਉਸ ਪ੍ਰੀਤ ਨੂੰ, ਉਸ ਮੁਹੱਬਤ ਨੂੰ, ਉਸ ਪਿਆਰ ਨੂੰ ਤੋਲਣ ਦੀ ਕੋਸ਼ਿਸ਼ ਕੀਤੀ। ਉਸ ਤੋਲ ਦੇ ਵਿੱਚ, ਉਸ ਕੋਸ਼ਿਸ਼ ਦੇ ਵਿੱਚ ਉਸ ਦੀ ਇਹ ਚੀਜ਼ ਨਾ ਕਾਮਯਾਬ ਹੋ ਸਕੀ। ਮਹਾਰਾਜ ਤੇ ਇਹ ਬਿਆਨ ਕਰਦੇ ਗੁਰੂ ਅਰਜਨ ਸਾਹਿਬ ਜੀ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਜਲ ਥਲ ਮਈਲ ਰਵਿਆ ਸਰਬ ਤਾਈਂ, ਜਲ ਥਲ ਮਈਲ भरपूर लेना तू आपे सर्ब समाना। हे दाता तेरा अंत नहीं, तू बेअंत है, तै की महिमा कही ना जाए, नानक सर्ब रिहो समाए। दूजे पक्ष विच वेख लो कि रुकमन दा धन, हीरे जवाहरात, सारे धन दौलत, जिन्ना ओहदा मान गरूर सी, उस प्यार नूं ना पा सकिया। ते एक राधा दी मुहब्बत, गरीब घर दी लड़की होने दे नाते, औरत होने दे नाते, इस्त्री होने दे, एक गरीब घर दे विच जन्म लै के एक तुलसी दे पत्ते ते प्यार दे आंसू नाल कृष्ण बाण तोल के रख दिता। ओ माल खजानियां ते कीमतां पैसिਆਂ दे नाल नहीं मिलता। साहब बयान करने कवन तराजी, कवन तुला तेरी, कवन सराफ बुलावा, कवन गुरु कह पै देखिया लेवा, मैं कह पै मूल करावा। कहना कितों कीमत पावा, केड़ी चीज तेरे बरोबर तोला। धरती तेरी, आसमान तेरा, जल तेरा, थल तेरा, महिल तेरा। जिस तरह कहने धरती,
आकाश ते पानी ये सब तेरे ने, कन कन तेरा, सूरज तेरा, चंद्रमा तेरा, तारे तेरे ने, हवा तेरी है, अग तेरी है, हर चीज तेरी है। किहड़ी चीज तेन मैं तोल के रखा, किहड़ी चीज तेन मैं बरोबर करा, किहड़ी चीज तेन मैं अपने जोड़ के रखा, किसी तोलिया नहीं जा सकता। ओ प्यार, ओ मुहब्बत, ओ प्रीत, कवन तराजी कवन तुला तेरी, कवन सराफ बुलावा, कवन गुरु कै पै देखिया लेवा, कै पै मूल करावा। फिर साहब आखते ने कि वो राधा खलोती है, सीन तैयार होंदा है। कृष्ण महाराज, गुरु अर्जन देव जी महाराज उस सीन कह रहे हैं कि राधा नमानी खलोती है, रुकमत तकड़ी ते पैसे पा रही है, और बड़ियां सखियां सहेलियां ਉਹਦੇ ਨਾਲ और नाल जुड़ियां होईयां ने, और ताने मारदियां ने राधा नूं, गरीब घर दी सी, और चूड़ियां पापा वेखदियां तो एक पासे नमानी जी होई खलोती है, ते कृष्ण महाराज जो चुप तकड़ी ते बैठे ने और हसन दे ने। कदे कदे दिल करदा ओहदे अख पुट के वेख लेंदे ने, ते ਉਹ अंदरों की कह रही है, महाराज आखदे ने रूह नूं, और रूह की कह रही है राधा रूपी कि आपे कंडा टोल तराजी आपे तोलनहारा। हे दाता तू आपे कंडा बन जा, आपे तराजी बन जा, आपे तोलनहारा बन जा। आपे कंडा टोल तराजी आपे तोलनहारा, आपे देखे आपे बुझे आपे है वंजारा। कहते हे दाता तू है वंजारा देवन वाला, तू है बेचन वाला, तू है खरीदन वाला। दाता तू है तोल है, तू है तोलन वाला है। दादा तू है तरकड़ी है ते तू है ਉਹਦੇ ਛਾਬੇ है। सब कुछ तू बाजा, तोल डंडी है जे तराजी थले छाबे जिन्हों असीं आखने आ। क्या महाराज उपरला कंडा भी तू बनना जिन्हें पूरा उतरना। जे सूई नहीं वेखदे, एक इंडिया दे विच जां मैं ते पहला बोधे तकड़ी हुंदी हुंदी सी, फिर वो कंडा बनिया, कंडा जिहड़ा जिस ना सूई हुंदी उपर वेट दा जी बरोबर आ गई घट वध च। ਉਹਨੂੰ साहब ने कहा, फिर वो जो कहने दिल च आराधना कर रही है, तोल नहीं रहा, ते रात रुकमन जी फिर जोर ला रही है, पर वो अपने अंदर प्रेरणा दे रही है। ते मारन तो ऊपर कह रहे ना, ऊपर बनास तो क्या सुनने, मन तराजी चित तुला तेरी सेव सेव शराब कमावा, घट ही भीतर सौ सौ तोली इन विच चित रवावा। दाता मेरा तन तेरा, मेरा मन भी तेरा, मेरी रूह भी तेरी, मेरे जिसम खून भी तेरा, साह भी तेरे ने, ठंड भी तेरी है, गर्मी भी तेरी है, नरमी भी तेरी है, ये सब तेरा है। तू सब कुछ करनहार है, तू इस शरीर दे मालिक है, दाता है। इसनू कट कट के भी अगर 100 हिस्सियां च पा के तू 100 जन्म भी तोलेगा तो मैं तेरी हाँ। मैनू तेरे तो इलावा दूसरी भानी नहीं, भावें लखा ही सोहने ने। जिस एक शायर ने भी लिखा ना कि जिन्हां दे अंदर इश्क समाया उन्हां नहीं भज जाना, भावें सोहने लख हज़ारां पर असां नहीं यार वटाना। कहने कि असीं नहीं वटा सकते, भावें लखां ही तुहानूं बाहर दे प्रेम मुहब्बतां खुशियां मिल सकदियां ने, पर वो सुंदर सोहना सज्जन जिहड़ा वो नहीं वसारिया जा सकता। उस तो बाद साहब ने अपना आखिर तक कहा, अंदल नीच जात परदेसी खिन आवे तिल जावे, तैंकी संगत नानक रहिंदा क्यों कर मूड़ा पावे। हे दाता मैं मंगता भिखारी तेरे दरबार दा हां, मैं नमाना हां तेरे दरबार दा हां, मैं चंगा हाँ तेरा हाँ, मंदा हाँ तेरा हाँ। जे मैं चंगा हुंदा तो मैं तेरे को आउंदा ही कानू। रुकमन आखदी है, हे दाता मैं चंगी हुंदी ते मैं तू लाड़ी क्यों लांदो, मैं चंगी नहीं सा, तू मैं चंगी बनावन दे लई अपने लड़ लाया। जे मैं सियाणी हुंदी तो मैं तेरे को की सिखण आउणा सी। जिस तरह आने जिहड़ा घरों ही पढ़ के चला गया है वो मास्टर कोलों की पढ़ के आवेगा। जे पहली क्लास का पढ़िया हुआ बंदा 16वीं क्लास का की मुकाबला करेगा। सो साहब की जो प्रीत अते मुहब्बत अते वो रोशनी है उन्होंने पावन दे लई जो सानू समय समय मुताबक छोटे छोटे हिस्सों दे विच वंड के गुरु महाराज पीर पकंबर सानू अडारना, सानू मसाला, सानू छोटे छोटे कहानियां, सानू छोटी छोटी वारदातां, सानू छोटे छोटे ऐसियां चीज़ां दे गए हैं जिन्हां दे राहीं ओ नूर, ओ खुशी, ओ शांति, ओ अमर रूप पैदा होता है। फिर कृष्ण महाराज ने तुले, फिर रुक्मन हार गई, हार के भी तकरार च आ गई कि तुम जान के नहीं तुले, पर जो उन्होंने पता है को जान के नहीं तुल सके तो तोड़न लोड़ भी की सी। फिर शिकवाए तुसी मैनू जानते ही नहीं, चाहते ही नहीं, वाकई नहीं चाहते होवणगे, जे तू उन्होंने चाहया तो उन्हें तेन की चाहना सी। ताड़ी दो हथां वजदी है। जो रुकमन की वारी आई तो राधा की वार दे नाल उन्हें अपना एक पत्ता तुलसी का लिया,
ਉਹ 'ਚ ਇੱਕ ਆਪਣਾ ਆਂਸੂ ਪਾਇਆ ਪਿਆਰ ਦਾ, ਔਰ ਉਸ ਆਂਸੂ ਦੇ ਰਾਹੀਂ ਉਹਨਾਂ ਨੇ ਉਹ ਤੋਲਤਾ। ਕੀ? ਉਹ ਪ੍ਰੇਮ, ਉਹ ਖੁਸ਼ੀ, ਉਹ ਆਨੰਦ, ਉਹ ਸਰੂਰ ਮਹਾਰਾਜ ਬਰੋਬਰ ਹੋ ਗਏ। ਹੱਥ ਜੋੜ ਕੇ ਬੇਨਤੀ ਕੀਤੀ ਕਿ ਦਾਤਾ ਤੂੰ ਹੀ ਹੈ, ਤੂੰ ਸੁਆਮੀ ਹੈ, ਤੂੰ ਮਾਲਕ ਹੈ, ਤੂੰ ਦਾਤਾ ਹੈ। ਤੇਰੀ ਰਹਿਮਤ ਦੇ ਸਦਕੇ ਇਹ ਮੇਰਾ ਬੇੜਾ ਪਾਰ ਹੋਇਆ। ਤੇ ਅਸੀਂ ਵੀ ਸਤਸੰਗ 'ਚ ਹਰ ਵਾਰੀ ਆਪ ਨੂੰ ਅਪੀਲ ਕੀਤੀ ਹੈ ਕਿ ਪਿਆਰ ਦੇ ਕੱਚੇ ਧਾਗੇ ਸੋਨੇ ਦੀਆਂ ਜੰਜੀਰਾਂ ਨਾਲੋਂ ਜ਼ਿਆਦਾ ਮਹਿੰਗੇ ਹੁੰਦੇ ਨੇ। ਹੀਰਿਆਂ ਦੀਆਂ ਮਾਲਾਂ ਨਾਲੋਂ ਵੀ ਪਿਆਰ ਦੇ ਧਾਗਿਆਂ ਵਿੱਚ ਭਾਵੇਂ ਕੱਚੇ ਹੋਵਣ ਉਹ ਤਾਕਤਵਾਰ ਹੈ। ਭਾਵੇਂ ਕਿਸੇ ਰਿਸ਼ਤੇ 'ਚ ਬਣ ਕੇ ਵੇਖ ਲਓ। ਤੇ ਫਿਰ ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਜੇ ਤੁਹਾਡੇ ਅੰਦਰੋਂ ਪ੍ਰੇਮ ਉਪਜ ਪਏਗਾ, ਤੁਹਾਡੇ ਅੰਦਰੋਂ ਖੇਤੀ ਤਿਆਰ ਹੋ ਜਾਵੇਗੀ, ਤਾਂ ਧਾਗੇ ਜਿਹੜੇ ਨੇ ਉਹ ਇੰਨੇ ਕੁ ਮਜ਼ਬੂਤ ਹੋਣਗੇ, ਕੱਚੇ ਧਾਗੇ ਸੇ ਬਾਂਧੇ ਜਾਏਗੀ। ਸਰਕਾਰ ਕਿਸੇ ਸ਼ਾਇਰ ਨੇ ਵੀ ਆਖਿਆ, ਪਰ ਅੱਗੋਂ ਵੇਖੋ ਗੁਰੂ ਸਾਹਿਬ ਕੀ ਆਖਦੇ ਨੇ। ਸੰਤਨ ਸੰਗ ਜਾਤਾ ਪੁਰਖ ਵਿਦਾਤਾ, ਘਟ ਘਟ ਨਦਰ ਨਿਹਾਲਿਆ। ਜੋ ਸਰਨੀ ਆਵੈ ਸਰਬ ਸੁਖ ਪਾਵੈ, ਤਿਲ ਨਹੀਂ ਪੰਨੇ ਘਾਲਿਆ। ਸਾਹਿਬ ਇਹ ਬਿਆਨ ਕਰਦੇ ਹਨ ਕਿ ਤਿਲ ਨਹੀਂ ਪੰਨੇ ਘਾਲਿਆ। ਤਿਲ ਵੇਖਿਆ ਇੱਕ ਛੋਟਾ ਜਿਹਾ ਦਾਣਾ ਹੁੰਦਾ, ਉਹ ਇੱਕ ਤਿਲ ਨੂੰ ਕੌਣ ਘਾਲੇਗਾ? ਕਹਿੰਦਾ ਦਾਤਾ ਮੈਂ ਇੱਕ ਤਿਲ ਵਾਂ, ਇੱਕ ਤਿਲ। ਤੂੰ ਤੇ ਵੱਡਾ ਹੈ ਨਾ ਘਾਲ, ਜਿਹਨੂੰ ਘਾਲ ਕਹਿੰਦੇ ਕੋਲੂ, ਕੋਲੇ ਤੇਲ ਪਾ ਕੇ ਤੇਲ ਕੱਢਣਾ, ਤੇ ਇੱਕ ਤੇਲ ਕੋਲੀ 'ਚ ਪਾ ਦੇ ਤਾਂ ਕੀ ਤੇਲ ਕੱਢੇਗਾ? ਕਹਿੰਦਾ ਦਾਤਾ ਮੈਂ ਤੇ ਇੱਕ ਵਾਂ, ਮੇਰੇ ਤੇਲ ਵੀ ਨਹੀਂ ਹੈਗਾ। ਤੂੰ ਤੇ ਏਡਾ ਵੱਡਾ ਘਾਲ ਹੈ ਕਿ ਤੇਰੇ 'ਚ ਕਈ ਤੇਲ ਤੇ ਤਿਲ ਨਿਕਲ ਚੁੱਕੇ ਨੇ, ਔਰ ਤੂੰ ਤੇਲਾਂ ਦੇ ਵਿੱਚੋਂ ਤੇਲ ਬਣਾਇਆ ਗਿਆ, ਤੇਲਾਂ ਵਿੱਚੋਂ ਤੇਲ ਤੇ ਤੇਲਾਂ ਵਿੱਚੋਂ ਤੇਲ ਤੂੰ ਬਣਾ ਸਕਦਾ ਹੈ। ਦਾਤਾ ਮੈਨੂੰ ਵੀ ਆਪਣੇ ਉਸ ਘਾਲ ਦੇ ਵਿੱਚ ਥੋੜਾ ਜਿਹਾ ਪਾ ਲੈ, ਮੇਰਾ ਵੀ ਹਿੱਸਾ ਪਾ ਲੈ। ਜਦ ਤੂੰ ਕਹਿੰਦੇ ਨਾ ਅੱਜ ਹੀ ਮੇਰਾ ਵੀ ਲੰਗਰ 'ਚ ਸੇਵਾ ਪਾ ਲਈ, ਅੱਜ ਹੀ ਮੇਰਾ ਵੀ ਥੋੜਾ ਜਿਹਾ ਦਾਨ ਲੈ ਲਈਓ। ਉਹ ਕਹਿੰਦਾ ਕਿ ਇਹ ਮੇਰਾ ਸਰੀਰ ਰੂਪੀ ਤਿਲ, ਇਹ ਤੂੰ ਮੇਰਾ ਥੋੜੇ ਨਾ ਆਪਣਾ ਹਿੱਸਾ ਲੈ ਲੈ। ਜੇ ਤੂੰ ਪ੍ਰਵਾਨ ਕਰ ਲੈ ਮੇਰੇ ਜੀਵਨ ਨੂੰ, ਤੇ ਇਹ ਜੀਵਨ ਸੁੱਖ ਮਿਲੇ ਨਾ ਮਿਲੇ, ਅੱਗੇ ਤੇਰੇ ਕੋਲ ਲੈਣੇ ਹੀ ਲੈਣੇ ਨੇ। ਉਹ ਆਸਾਂ ਕਾਹਨੂੰ ਛੱਡ ਜਾਣੀਆਂ ਨੇ ਜਿਹੜੀਆਂ ਕਦੇ ਖਤਮ ਨਹੀਂ ਹੋਣੀਆਂ। ਉਹ ਹੌਸਲੇ ਤੁਸੀਂ ਕਿਉਂ ਤੋੜ ਬੈਠਦੇ ਹੋ ਜਿਹਦੇ ਹੌਸਲੇ ਤੁਹਾਨੂੰ ਅੰਦਰੋਂ ਮਿਲਣੇ ਨੇ? ਉਹ ਰਿਸ਼ਤੇ ਕਿਉਂ ਤੁਸੀਂ ਭੰਨ ਸੁੱਟਦੇ ਹੋ ਜਿਹੜੇ ਰਿਸ਼ਤੇ ਕਦੇ ਕੀਮਤਾਂ ਨਾਲ ਨਹੀਂ ਖਰੀਦੇ ਜਾਣੇ? ਆ ਦੁਨੀਆ ਜਿੰਨੇ ਵੀ ਤੁਸੀਂ ਰਿਸ਼ਤੇ ਖਰੀਦਦੇ ਹੋ, ਧੀਆਂ ਪੁੱਤਰਾਂ ਦੇ ਵਿਆਹ ਕਰਦੇ ਹੋ, ਭੈਣ ਭਰਾ ਬਣਾਉਂਦੇ ਹੋ, ਉਰਲੇ ਪਰਲੇ ਸਾਰੇ ਜੀ ਇਕੱਠੇ ਕਰਦੇ ਹੋ, ਪੈਸੇ ਲਾ ਕੇ ਕਰਦੇ ਹੋ। ਕਿਉਂ ਨਹੀਂ ਤੁਹਾਡੇ ਨਾਲ ਪੱਕੇ ਰਹਿੰਦੇ ਹੋ? ਕਿਉਂ ਔਰਤ ਮਰਦ ਛੱਡ ਕੇ ਘਰ ਆਪਣੇ ਆਪਣੇ ਚਲੇ ਜਾਂਦੇ ਨੇ? ਕਿਉਂ ਵਿਆਹ ਕੇ ਕੁੜੀ ਤੁਸੀਂ ਆਪਣੇ ਘਰ ਪੈਸਾ ਲਾ ਕੇ ਵਿਆਹੁੰਦੇ, ਫਿਰ ਉਹਨੂੰ ਆਪਣੇ ਘਰ ਬਿਠਾ ਲੈਂਦੇ ਹੋ? ਤੁਹਾਡੀ ਉਹ ਮਾਇਆ ਨੇ ਤੁਹਾਡੇ ਕਾਰਜ ਸਵਾਰ ਦਿੱਤੇ, ਤੁਹਾਡੇ ਰਿਸ਼ਤੇ ਪੱਕੇ ਕੀਤੇ ਉਹਨਾਂ ਨੇ। ਜਿਸ ਦੌਰ ਦੇ ਵਿੱਚ ਜਿਸ ਵਿੱਚ ਤੁਸੀਂ ਦਿਨ ਪੇ ਰਾਤ ਮਰ ਗਏ, ਉਹਨੇ ਤੁਹਾਨੂੰ ਉਹ ਦੁੱਖ ਦੇ ਦਿੱਤਾ ਜਿਹੜਾ ਦੁੱਖ ਤੁਹਾਡਾ ਕਦੇ ਨਾ ਖਤਮ ਹੋਇਆ। ਫਿਰ ਇੱਕ ਐਸਾ ਸੋਲੂਸ਼ਨ, ਦੇਖੋ ਨਾ ਸੋਲੂਸ਼ਨ ਕਿਸੇ ਚੀਜ਼ ਦੀ ਕੱਢਣਾ, ਇਹ ਕਹਿੰਦਾ ਲੋਸ਼ਨ ਜੋੜਦਾ ਕਿਸੇ ਚੀਜ਼ ਨੂੰ। ਉਹ ਰੱਬ ਸੋਲੂਸ਼ਨ ਔਰ ਲੋਸ਼ਨ ਦੇ ਵਿੱਚ ਹੈ, ਤੁਸੀਂ ਕਿਉਂ ਨਹੀਂ ਉਹਨੂੰ ਪਾ ਲੈਂਦੇ? ਤੁਹਾਡਾ ਸਵਾਲ ਹੈ ਰੱਬ, ਤੁਹਾਡਾ ਹੱਲ ਨਹੀਂ ਹੈ। ਤੁਸੀਂ ਉਹ ਲੋਸ਼ਨ ਦੇ ਸੋਲੂਸ਼ਨ ਦੇ ਵਿੱਚੋਂ ਕੋਈ ਚੀਜ਼ ਜੋੜ ਲਵੋ, ਔਰ ਨਹੀਂ ਤੁਸੀਂ ਜੁੜਨਾ ਔਰ ਨਾ ਤਾਂ ਕੋਈ ਸੋਲੂਸ਼ਨ ਹੀ ਲੈ ਲਓ ਕਿ ਕਿਸਾਂ ਟੁੱਟਣਾ ਹੈ। ਜੇ ਟੁੱਟਣਾ ਵੀ ਤੇਰਾ ਤੇ ਕਿਸਾਂ ਟੁੱਟ ਗਏ। ਜੇ ਜੁੜਨਾ ਜਿਹਨੂੰ ਬੋਲਿਆ ਕਿ ਲੋਸ਼ਨ ਹੀ ਦਿਆ ਜਿਹੜੇ ਜਿੰਨਾ ਜਿਹੀ ਤੇਰੇ ਨਾਲ ਜੁੜੇ ਰਹੀਏ, ਉਹ ਸਾਨੂੰ ਦਿਆ ਮਾਸੀ ਚੀਜ਼। ਸਾਈਕਲ ਦਾ ਪੈਂਚਰ ਨਹੀਂ ਲਾਈਦਾ, ਉਹ ਤਾਰ ਟੂਬ ਕੱਟੀ ਜਾਂਦੀ ਹੈ, ਉਹ ਤਾਰ ਰਗੜ ਕੇ ਥੋੜੀ ਜਿਹੀ ਤੇ ਉਹਦੇ ਤੇ ਲੋਸ਼ਨ ਲਾ ਕੇ ਤੇ ਉਹਨੂੰ ਜੋੜ ਲਈਦਾ। ਉਹ ਪਟਾਕਾ ਕਹਿੰਦੇ ਪਟਾਕਾ ਪੈ ਕਾਰਨ ਪੈਂਚਰ ਲਾ ਲਓ, ਉਹ ਪੈਂਚਰ ਲੱਗ ਜਾਂਦਾ। ਉਹ ਕਹਦੇ ਉਹ ਜਿਹੜੇ ਸਾਡੇ ਅੰਦਰ ਪੈਂਚਰ ਪਏ ਹੋਏ ਨੇ ਸਰੀਰ ਵਿੱਚ, ਸਾਡੇ ਖਿਆਲਾਂ ਨੂੰ ਪੈਂਚਰ ਹੋ ਗਏ ਨੇ, ਉਹ ਕੋਈ ਲੋਸ਼ਨ ਦੇ ਅਸੀਂ ਉਹਨੂੰ ਥੋੜੇ ਬਾਹਰਲੀਆਂ ਕਾਗਤੀਆਂ ਲਾ ਕੇ ਕਿਸੇ ਹੋਰ ਟੂਬ ਦੀਆਂ ਕੱਟ ਕੇ, ਜਿਹੜੀ ਘੱਸੀ ਟੂਬ ਹੋਵੇ ਘੱਸੇ ਵਿਚਾਰ ਉਹ ਕੱਟ ਕੇ ਉਹ ਲਾ ਕੇ ਆਪਣੇ ਆਪ ਨੂੰ ਕਾਇਮ ਕਰ ਸਕੀਏ। ਕਿਉਂ ਨਹੀਂ ਤੁਸੀਂ ਲੋਕ ਆਪਣੇ ਆਪ ਨੂੰ ਇਸ ਤਰ੍ਹਾਂ ਨਾਲ ਜੋੜਦੇ? ਕਿਉਂ ਉਹਨੂੰ ਵਸਾਰ ਬੈਠਦੇ ਹੋ? ਆਹ ਜਿਸਮ ਸਾਡਾ ਤੁਹਾਡਾ ਇੱਕ ਦਿਨ ਖਤਮ ਹੋ ਜਾਣਾ, ਮਿੱਟੀ 'ਚ ਮਿਲ ਜਾਣਾ ਹੈ। ਇਹਦੀ ਕੀਮਤ ਉਹੋ ਹੀ ਹੈ ਜਿਹੜੀ ਤੁਸੀਂ ਆਪਣੇ ਜੀਂਦੇ ਜੀ ਕਿਸੇ ਨਾਲ ਜੁੜ ਕੇ ਕੁਝ ਕਰ ਜਾਣਾ। ਉਹਨਾਂ ਨੂੰ ਵਸਾਰ ਦਵੋ
ਜਿਹੜੇ ਤੁਹਾਨੂੰ ਕਰਾ ਪਾਉਂਦੇ ਨੇ। ਤੁਸੀਂ ਜੋ ਆਪ ਕਰਦੇ ਹੋ ਉਹ ਕਰੋ, ਉਹ ਬੁਰਾ ਵੀ ਹੋਵੇਗਾ, ਕਮ ਸੇ ਕਮ ਹੱਕਦਾਰ ਤੇ ਹੋਵੋਗੇ। ਔਰ ਨਜਾਇਜ਼ ਮਾਰ ਖਾ ਲੋਗੇ। ਬੇਦੋਸ਼ੇ ਨੂੰ ਪੁਲਿਸ ਕੁੱਟਦੀ ਹੋਵੇ, ਹਜ਼ਾਰਾਂ ਲੋਕ ਕਹਿੰਦੇ ਕਿ ਬੇਦੋਸ਼ ਆਏ। ਬੇਦੋਸ਼ੇ ਨੂੰ ਮਾਂ ਮਾਰਦੀ ਹੋਵੇ ਤੇ ਪੁੱਤ ਵੀ ਕਹਿੰਦਾ ਮਾਂ ਤੂੰ ਠੀਕ ਨਹੀਂ ਕਰਦੀ। ਤੁਹਾਡਾ ਵੀ ਆਤਮਾ ਨਹੀਂ ਮੰਨਦਾ ਕਿ ਬੇਦੋਸ਼ ਹੈ। ਜੇ ਤੁਸੀਂ ਹੈ ਦੋਸ਼ੀ ਹੋ, ਫਿਰ ਉਹ ਤੇ ਤੁਹਾਨੂੰ ਇਲਜ਼ਾਮ ਮਾਰ ਪੈਣੀ ਹੈ। ਕਿਹੜਾ ਤੁਹਾਨੂੰ ਬਚਾ ਸਕਦਾ? ਖੁਦ ਐਸਾ ਗਲਤ ਕਰਮ ਨਾ ਕਰੋ ਜਿਹੜਾ ਤੁਹਾਨੂੰ ਆਪਣੇ ਆਪ ਨੂੰ ਝੁਕਣਾ ਪੈ ਜਾਵੇ। ਜੇ ਕਿਸੇ ਨਾਲ ਜੀਵਨ ਕਟਾਣਾ ਹੈ, ਨਿਭਾਣਾ ਹੈ, ਫਿਰ ਉਹਦੇ ਵੱਲੋਂ ਵੇਖ ਕੇ ਤੁਰੋ। ਉਹ ਕੀ ਕਹਿੰਦਾ? ਤੁਸੀਂ ਉਸ ਪਿਆਰ, ਉਸ ਮੁਹੱਬਤ ਨੂੰ ਭੁੱਲ ਪੈਂਦੇ ਹੋ ਜਿਹੜੀ ਅਜਰ ਤੇ ਅਮਰ ਹੈ, ਔਰ ਉਹਨਾਂ ਪਿਆਰਾਂ ਝੂਠੇ ਮਗਰ ਤੁਰ ਪੈਂਦੇ ਹੋ ਜਿਹੜੇ ਝੂਠੀ ਬੋਲ ਕੇ ਜ਼ਿੰਦਗੀ ਕੱਟੀ ਸਾਰੀ ਆਪਣੀ। ਅੱਜ ਇਸ ਦਿਨ ਦੇ ਇਸ ਦਿਹਾੜੇ ਉੱਤੇ ਸਾਨੂੰ ਉਹ ਪ੍ਰੀਤ ਦਿੱਤੀ ਜਾ ਰਹੀ ਹੈ, ਉਹ ਪ੍ਰੀਤ ਜਿਹੜੀ ਦਾ ਉਪਦੇਸ਼ ਮਿਲਦਾ ਪਿਆ ਹੈ, ਜਿਹੜੀ ਪ੍ਰੀਤ ਸਾਡੀ ਟੁੱਟੀ ਸੀ ਜਾਂ ਟੁੱਟ ਚੁੱਕੀ ਹੈ, ਜਾਂ ਉਸ ਪ੍ਰੀਤ ਨੂੰ ਗਾਂ ਅਸੀਂ ਟੁੱਟੀ ਹੋਈ ਨੂੰ ਜੋੜਨਾ ਚਾਹੁੰਦੇ ਹਾਂ। ਉਹ ਉਪਦੇਸ਼ ਗੁਰੂ ਸਾਹਿਬ ਨੇ ਪਹਿਲੇ ਮੁੱਖ ਵਾਕ ਤੋਂ ਸਾਨੂੰ ਸੰਬੋਧਨ ਕੀਤਾ ਸੀ ਔਰ ਸੰਬੋਧ ਕੀਤਾ ਸੀ। ਅਸੀਂ ਉਹ ਤੋਂ ਲੈ ਕੇ ਹੁਣ ਤੱਕ ਇਹ ਮੁਸੀਬਤਾਂ ਝੱਲਦੇ ਹੀ ਆਏ ਹਾਂ। ਤੂੰ ਹੀ ਝੱਲਦਿਆਂ ਰਹਿਣਾ। ਅਸੀਂ ਇੱਕ ਆਪਣੀ ਨਜ਼ਮ 'ਚ ਲਿਖਿਆ ਸੀ ਕਿ ਤੇਰੇ ਤੋਲ ਤਰਾਜੀ ਤੋਂ ਲੈ ਕੇ ਛੱਪਤ ਤਲਵਾਰ ਦੀ ਨੋਕ ਤੱਕ ਤੇਜ਼ ਧਾਰਾਂ ਆਰਿਆਂ ਦੀਆਂ ਅਸਾਂ ਮੁਸੀਬਤਾਂ ਝੱਲੀਆਂ ਨੇ ਤੇਰੀ ਖਾਤਰ। ਤੇਰੀ ਸੋਚ ਦੇ ਸਦਕੇ ਚੁੰਮੀਆਂ ਸੂਲੀਆਂ, ਤੇਰੀ ਸੋਚ ਦੇ ਸਦਕੇ ਚੁੰਮੀਆਂ ਸੂਲੀਆਂ ਤੇ ਜ਼ਹਿਰ ਪਿਆਲੇ ਪੀਤੇ ਅਸਾਂ ਤੇਰੀ ਖਾਤਰ। ਜਿਸ ਤਾਂਘ ਨੂੰ ਕਦੇ ਤੂੰ ਜਗਾਇਆ ਸੀ ਉਹ ਉਦੋਂ ਦੀ ਬੁੱਝੀ ਪਈ ਏ ਹੁਣ ਤੱਕ। ਤੇਰੇ ਤੋਲ ਤਰਾਜੀ ਤੋਂ ਲੈ ਕੇ ਛੱਪਤ ਤਲਵਾਰ ਦੀ ਨੋਕ ਤੱਕ, ਗੁਰੂ ਨਾਨਕ ਤੋਂ ਲੈ ਕੇ ਉਹਨਾਂ ਤੋਲ ਤਰਾਜੀ 13 ਤੋਲਿਆ, ਛੱਪਤ ਤਲਵਾਰ ਦੀ ਚੰਡੀ ਪ੍ਰਗਟ ਕਰਕੇ ਸ਼ਬਦ ਖਾਧੀ ਕਿ ਮੈਂ ਦੁਨੀਆ ਦਾ ਨਾਸ ਕਰਾਂਗਾ ਔਰ ਇੱਕ ਐਸੀ ਸਾਂਝ ਪੈਦਾ ਕਰ ਦੇਵਾਂਗਾ ਜਿਨ੍ਹਾਂ ਹਰ ਭਾਈ ਔਰ ਹਰ ਭੈਣ ਔਰ ਹਰ ਰਿਸ਼ਤਾ ਜਿਹੜਾ ਹੈ ਉਹ ਹੱਸਦਾ ਨਜ਼ਰ ਆਵੇ। ਉਹ ਉਦੋਂ ਦੀ ਜਗਾਈ ਸੀ, ਹੁਣ ਤੱਕ ਇਹ ਬੁੱਝੀ ਪਈ ਹੈ। ਉਹ ਤਾਂਗ ਨਹੀਂ ਕਾਇਮ ਹੋ ਸਕੀ। ਅੱਜ ਵੀ ਆਪਣੀ ਫਿਰਕਾ ਪ੍ਰਸਤੀ, ਮਤਲਬ ਪ੍ਰਸਤੀ ਅਤੇ ਆਪਣੀ ਵਤਨ ਪ੍ਰਸਤੀ ਦੇ ਵਿੱਚੋਂ ਅਸੀਂ ਟੁੱਟ ਕੇ ਇਹਨਾਂ ਪ੍ਰਸਤੀਆਂ ਦੇ ਵਿੱਚ, ਇਹਨਾਂ ਜੋੜਾ ਮੇਲਿਆਂ ਦੇ ਵਿੱਚ ਅਸੀਂ ਉਲਝੇ ਬੈਠੇ ਹਾਂ। ਤੇ ਤੇਰੇ ਇਸ਼ਕ, ਤੇਰੇ ਆਸ਼ਕਾਂ ਨੇ ਕੰਨਾਂ 'ਚ ਕਿਲ ਠਕਵਾ ਲਏ, ਤੇਰੇ ਆਸ਼ਕਾਂ ਨੇ ਕੰਨਾਂ 'ਚ ਕਿਲ ਠਕਵਾ ਲਏ ਤੇ ਫਿਰ ਉਹ ਕੰਨੇ ਚੜ ਗਏ ਕੋਲ ਚਰਖੜੀਆਂ ਤੇ ਤੇਰੀ ਇਸ਼ਕ ਖਾਤਰ। ਕੋਤੇ ਚਰਖੜੀ ਦੇ ਵੀ ਚੜ ਗਏ ਤੇਰੇ ਇਸ਼ਕ ਦੇ ਵਿੱਚ। ਕਿਹੜੀਆਂ ਚੀਜ਼ਾਂ ਅਸਾਂ ਲੈਣੀਆਂ ਨੇ, ਕਿਹੜੀਆਂ ਦੇਣੀਆਂ ਨੇ? ਨਜ਼ਮ ਠੀਕ ਜਿਹੜੀ ਲਿਖੀ ਏ ਇਹ ਬੋਲੀ ਨਹੀਂ ਠੀਕ ਤਰ੍ਹਾਂ ਗਈ, ਤੋ ਸਾਨੂੰ ਫਿਰ ਆਪਣੇ ਉਸੇ ਧਿਆਨ 'ਚ ਆਉਂਦਾ ਪੈਂਦਾ। ਤੁਸੀਂ ਸਾਰੇ ਲੋਕ ਆਪਣੀ ਉਸ ਤਾਂਘ ਨੂੰ ਜਗਾਓ ਜਿਹੜੀ ਟੁੱਟੀ ਹੋਈ ਹੈ। ਨਾਨਕ ਨਾਮ ਤੇਰੇ ਪਾਣੇ ਸਰਬੱਤ ਦਾ ਭਲਾ। ਅੱਜ ਦਾ ਇਹ ਦਿਹਾੜਾ ਗ੍ਰੇਵਲੈਂਡ ਵਿਖੇ ਦੇ ਜਿਹੜੇ ਸੇਵਾਦਾਰ ਹਨ, ਜਿਹੜੇ ਇਹਨਾਂ ਨੇ ਅੱਜ ਇਸ ਦਿਹਾੜੇ ਉੱਤੇ ਸੱਦਾ ਭੇਜ ਕੇ ਸੰਗਤ ਨੂੰ ਔਰ ਸਾਨੂੰ ਇੱਥੇ ਆਪਣਾ ਮੌਕਾ ਦਿੱਤਾ ਹੈ, ਇਸ ਨਾਨਕ ਧਾਮ ਦੇ ਨੂਰ ਨੂੰ ਜਾਂ ਰੋਸ਼ਨੀ ਨੂੰ ਥੋੜਾ ਖਿਲਾਰਨ ਦੇ ਲਈ। ਤੇ ਉਹਦੇ ਧੰਨਵਾਦੀ ਤੇ ਨਹੀਂ ਸੀ ਹੋ ਸਕਦੇ ਉਹਨਾਂ ਦੇ, ਕਿ ਉਹਨਾਂ ਦੇ ਬੜੇ ਧੰਨਵਾਦ ਕਰਦੇ ਹਾਂ। ਇਹ ਜ਼ਰੂਰ ਆਖਦੇ ਹਾਂ ਕਿ ਉਹ ਨਾਨਕ ਜਿਹੜਾ ਸਭਨਾਂ ਦਾ ਸਵਾਮੀ ਤੇ ਦਾਤਾ ਹੈ, ਉਹ ਇਹਨਾਂ ਨੂੰ ਇਸ ਤਰ੍ਹਾਂ ਦੀ ਹਿੰਮਤਾਂ ਦਿੰਦੇ ਰਹਿਣ ਔਰ ਦੇਵਣ ਕਿ ਉਹ ਲੋਕਾਂ ਦੇ ਭਲੇ ਵਾਸਤੇ ਜਿਹੜੇ ਵੀ ਸਾਧਨ ਹਨ ਉਹਨਾਂ 'ਚ ਪੂਰੀ ਤਰ੍ਹਾਂ ਹਿੱਸਾ ਪਾ ਸਕਣ ਔਰ ਹਿੰਮਤ ਦਾ ਵਰ ਦਿੰਦੇ ਹਨ। ਔਰ ਤੁਸੀਂ ਆਪਣੇ ਸੁੱਖ ਦੇ ਲਈ ਔਰ ਦੂਜੇ ਦੇ ਭਲੇ ਦੇ ਵਾਸਤੇ ਆਪਣੇ ਆਪ ਨੂੰ ਇਹਨਾਂ ਰਾਹਾਂ ਤੇ ਲੈ ਕੇ ਤੁਰਦੇ ਰਹੋ। ਕਿਸੇ ਦਾ ਭਲਾ ਮੰਗੋ ਕਿ ਤੁਹਾਡਾ ਆਪਣੇ ਆਪ ਹੁੰਦਾ ਰਹੇਗਾ। ਇਹੋ ਨਾਨਕ ਨਾਮ ਚੜ੍ਹਦੀ ਕਲਾ ਹੈ, ਤੇਰੇ ਭਾਣੇ ਸਰਬੱਤ ਦਾ ਭਲਾ। ਆਪਣੇ ਸੁੱਖ ਤਿਆਗ ਦਿਓ, ਦੂਜੇ ਨੂੰ ਸੁੱਖ ਦੇਣਾ ਸਿੱਖ ਲਓ, ਤੁਹਾਡੇ ਸੁੱਖ ਤੁਹਾਡੇ ਘਰ ਆਪੇ ਹੀ ਆ ਜਾਣਗੇ। ਓਕੇ, ਨਾਨਕ ਨਾਮ। ਇਹ ਯੂਪੀ ਔਰ ਯੂਨੀਵਰਸਲ ਜਿਹਨੂੰ ਕਹਿੰਦੇ ਅਸੀਂ ਪੀਸ ਜਿਹੜੀ ਆਰਗੇਨਾਈਜੇਸ਼ਨ ਹੈ, ਜਿਹੜੀ ਅੰਤਰਰਾਸ਼ਟਰੀ ਸਾਰੀ ਦੁਨੀਆ ਦਾ
ਮੈਂ ਕਿ ਸਾਰੀ ਦੁਨੀਆ ਦਾ ਸ਼ਾਂਤੀ ਦਾ, ਅਮਨ ਦਾ ਜੋ ਸੱਦਾ ਦੇਣ ਵਾਸਤੇ ਇਸ ਸਾਲ ਦੀ ਕਮੇਟੀ ਸੀ, ਉਸਨੇ ਇਹ ਥਾਂ ਥਾਂ ਤੇ ਸਮੇਂ ਮੁਤਾਬਕ ਜੋ ਕਿ ਸੱਚਖੰਡ ਅੰਗਤਾਂ ਦੀ ਅਟੈਚਮੈਂਟ ਦੇ ਵਿੱਚ ਜਾਂ ਜੋੜ ਦੇ ਵਿੱਚ ਇਹ ਵੱਡੇ ਤਰੀਕਿਆਂ ਦੇ ਤੇ ਵੱਡੇ ਥਾਵਾਂ ਤੇ ਆਪਣੇ ਸਤਸੰਗਾਂ ਦੇ ਸਮਾਗਮ ਦਿੱਤੇ ਹਨ, ਪ੍ਰਬੰਧ ਕੀਤੇ ਹਨ। ਤੇ ਇਹਦਾ ਅਗਲਾ ਸਤਸੰਗ ਸਾਡਾ ਇੱਕ ਰਹਿ ਗਿਆ ਸਿਰਫ ਸਾਊਥ ਹਾਲ ਦੇ ਵਿੱਚ ਕਮਿਊਨਿਟੀ ਸੈਂਟਰ। ਇੱਕ ਸ਼ਾਇਦ ਪੱਕਾ ਕਹਿ ਤੇ ਸਕਦੇ ਆ, ਪਰ ਕਨਫਰਮ ਪੂਰੇ ਅਸੀਂ ਨਾ ਆਪਣੇ ਵੱਲੋਂ ਨਾ ਕਲੀਅਰ ਨਹੀਂ ਆ, ਬਾਕੀ ਉਸਾ ਹੋ ਸਕਦਾ। ਵੁਲਵਰਹੈਂਪਟਨ ਦੇ ਵਿੱਚ ਸ਼ਾਇਦ ਇਹ 24 ਤਰੀਕ ਦਾ, 24 ਅਗਸਤ ਦਾ ਇੱਕ ਵੱਡਾ ਫੰਕਸ਼ਨ ਕੀਤਾ ਜਾ ਰਿਹਾ। ਸਾਰੇ ਪ੍ਰੇਮੀਆਂ ਤੇ ਸਤਸੰਗੀਆਂ ਨੂੰ ਖੁੱਲ੍ਹਾ ਸੱਦਾ ਹੈ। ਇਹ ਕਮੇਟੀ ਵੱਲੋਂ, ਵੁਲਵਰਹੈਂਪਟਨ ਦੀ ਕਮੇਟੀ ਵੱਲੋਂ ਔਰ ਸਾਡੇ ਵੱਲੋਂ ਉਹਨਾਂ ਨੂੰ ਇੱਕ ਨਾ ਛੋਟਾ ਜਿਹਾ ਸੁਨੇਹਾ ਹੈ। ਉਹਨਾਂ ਦਾ ਸੱਦਾ ਨਾ ਕੋ ਆਉਣ, ਅਸੀਂ ਤੁਹਾਨੂੰ ਸੁਨੇਹਾ ਦਿੰਦੇ ਹਾਂ ਕਿ ਐਸੇ ਕੰਮਾਂ ਤੇ ਜ਼ਰੂਰ ਪਹੁੰਚਣਾ ਚਾਹੀਦਾ ਹੈ। ਪਤਾ ਨਹੀਂ ਕਿਸ ਰੂਪ में किस बाबा मिल जाए भगवान। मैं रब नहीं, तुसी रब नहीं, पनिया ਵਿੱਚ ਕੋਈ ਆ ਕੇ ਬੈਠਾ ਹੋਵੇ। ਇੱਕ ਜੋ ਨਦੀ ਨਾਮ ਸੰਜੋਗੀ ਮੇਲੇ, ਇੱਕ ਦੂਜੇ ਦਾਲ ਮਿਲਣ ਮਲਾਵਾਂ ਦੇ ਨਾਲ ਹੀ ਤੇ ਕਹਿੰਦੇ ਨੇ ਖੁਰੇ ਕਿਸੇ ਦਾ ਬੇੜਾ ਪਾਰ ਹੋ ਜਾਏ। ਕਈ ਦੁੱਖ ਐਸੇ ਕੱਟ ਜਾਂਦੇ ਨੇ। ਇਹਦੇ ਕਹਿੰਦੇ ਨਾ ਫਲਾਂ ਦਾ ਮੱਥਾ ਕਿੰਨਾ ਤੇਜ਼ ਸੀ, ਪਹਿਲਾਂ ਦੇ ਪੈਰ ਕਿੰਨੇ ਚੰਗੇ ਨੇ। ਜੂੰਦਾ ਘਰ ਆਇਆ ਸਾਡਾ 12 ਨਿਤ 9 ਸਿੱਧ ਹੋ ਗਏ, ਲਹਿਰਾਂ ਬਹਿਰਾਂ ਹੋ ਗਈਆਂ ਨੇ। ਇਸ ਤਰ੍ਹਾਂ ਖੁਰੇ ਨਦੀ ਨਾਮ ਸੰਜੋਗੀ ਮੇਲੇ ਇੱਕ ਦੂਜੇ ਨਾਲ ਮਿਲਣ ਦੇ ਨਾਲ ਤੇ ਕਿੰਨਾ ਕਿੱਥੇ ਜੀਵਨ ਤਰ ਜਾਣਾ ਹੈ। ਤੇ ਅਗਲਾ ਜਿਹੜਾ ਸੱਦਾ ਹੈ, ਅਗਲਾ ਜਿਹੜਾ ਸੁਨੇਹਾ ਹੈ, ਅਗਲਾ ਜਿਹੜਾ ਸਾਡਾ ਇੰਤਜ਼ਾਮ ਹੈ ਸਾਰਿਆਂ ਦਾ, ਉਹ ਤੁਹਾਨੂੰ ਦਿੰਦੇ ਨੇ। ਉਸ ਤੋਂ ਬਾਅਦ ਸੰਗਤਾਂ ਨੂੰ ਸਾਂਝੀ ਅਪੀਲ ਹੈ ਕਿ ਜਿਹੜੇ ਸਾਧਨਾਂ ਰਾਹੀਂ ਤੁਸੀਂ ਇੱਥੇ ਪਹੁੰਚੇ ਹੋ, ਉਹਨਾਂ ਸਾਧਨਾਂ ਦੇ ਵਿੱਚ ਤੁਸੀਂ ਆਪਣਾ ਜਾਵਣ ਦਾ ਜਿਹੜਾ ਹੈ ਉਹ ਰਸਤਾ ਅਪਣਾਉਣਾ ਹੈ, ਉਸ ਰਸਤੇ ਤੋਂ ਚੱਲਣਾ ਹੈ। ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ।